किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਐਨਟੀਟੀ ਦੇ ਲਈ ਐਫਰਟਸ ਕਰ ਰਹੇ ਹਾਂ, ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਅਸੀਂ ਵੀ, ਹਨਾ। ਤਾਂ ਆਪਣੇ ਕੋਲ ਇੱਕ ਅਪਰਚੂਨਿਟੀ ਮਿਲੀ ਹੈਗੀ ਆ 8393 ਦੇ ਵਿੱਚ ਰਿਕਰੂਟ ਹੋਣ ਦੀ। ਤਾਂ ਜਿੰਨੇ ਵੀ ਬੱਚੇ ਪ੍ਰੈਪਰੇਸ਼ਨ ਕਰ ਰਹੇ ਹੋ, ਡੈਡੀਕੇਸ਼ਨ ਦੇ ਨਾਲ ਲੱਗੇ ਰਹੋ, ਠੀਕ ਹੈ ਜੀ। ਤਾਂ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਸੀਰੀਜ਼, ਜਿਹਦੇ ਵਿੱਚ ਆਪਾਂ ਐਮਸੀਕਿਊ ਕਰਾਂਗੇ ਐਨਟੀਟੀ ਦੇ ਨਾਲ ਰਿਲੇਟਡ, ਜਿਹੜੇ ਇੰਪੋਰਟੈਂਟ ਹੋ ਸਕਦੇ ਆ। ਵੈਸੇ ਮੈਂ ਹਮੇਸ਼ਾ ਤੋਂ ਮੈਨੂੰ ਇਹ ਲੱਗਦਾ ਹੁੰਦਾ ਕਿ ਕਦੇ ਵੀ ਐਮਸੀਕਿਊਜ਼ ਦੇ ਵਿੱਚ ਤੁਹਾਡਾ ਫਿਕਸ ਨਹੀਂ ਹੁੰਦਾ, ਤੁਹਾਨੂੰ ਕੰਟੈਂਟ ਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਆ। ਜੇ ਕੰਟੈਂਟ ਕਲੀਅਰ ਹੋਊਗਾ ਤਾਂ ਤੁਸੀਂ ਐਮਸੀਕਿਊਜ਼ ਕਰ ਸਕਦੇ ਹੋ, ਕਿਉਂਕਿ ਇਹ ਕਿਤੇ ਵੀ ਗਰੰਟੀ ਨਹੀਂ ਹੁੰਦੀ ਕਿ ਜੋ ਐਮਸੀਕਿਊ ਕੋਈ ਕਰਾ ਰਿਹਾ ਉਹੀ ਐਮਸੀਕਿਊ ਤੁਹਾਨੂੰ ਪੇਪਰ ਦੇ ਵਿੱਚ ਆਉਣ, ਹਨਾ। ਕਿਤੋਂ ਵੀ ਆ ਸਕਦੇ ਆ, ਤਾਂ ਫਿਕਸ ਨਹੀਂ ਹੁੰਦੇ। ਇਹ ਤੋਂ ਤੁਹਾਡੀ ਪ੍ਰੈਪਰੇਸ਼ਨ ਟਾਈਮ ਦੀ ਸੈਟਿੰਗ ਡੈਫੀਨੇਟਲੀ ਹੋ ਸਕਦੀ ਆ ਨਾ, ਤੇ ਇੱਕ ਪ੍ਰੈਕਟਿਸ ਦਾ ਚੰਗਾ ਜ਼ਰੀਆ ਹੁੰਦੇ ਨੇ ਐਮਸੀਕਿਊਜ਼। ਤਾਂ ਮਤਲਬ ਤੁਸੀਂ ਵੱਧ ਤੋਂ ਵੱਧ ਹੁਣ, ਕਿਉਂਕਿ ਥੋੜੇ ਦਿਨ ਰਹਿ ਗਏ ਆ, ਤਾਂ ਜਿੰਨਾ ਬੱਚਿਆਂ ਨੇ ਕੰਟੈਂਟ ਕੰਪਲੀਟ ਕਰ ਲਿਆ ਆਪਦਾ, तो जरूर ਵੱਧ ਤੋਂ ਵੱਧ ਐਮਸੀਕਿਊਜ਼ ਕਰੋ। ਜਿੰਨੇ ਵੀ ਚੈਨਲ ਆ ਸਾਰਿਆਂ ਤੋਂ ਐਕਸਪਲੋਰ ਕਰ ਸਕਦੇ ਹੋ, ਕਿਉਂਕਿ ਇੱਕ ਗੁੱਡ ਅਪਰਚੂਨਿਟੀ ਆ। ਸਾਰੇ ਚੈਨਲ ਅੱਛਾ ਕਰਵਾ ਰਹੇ ਨੇ ਐਮਸੀਕਿਊਜ਼ ਦੇ ਵਿੱਚ, ਤਾਂ ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਠੀਕ ਹੈ। ਤੇ ਜੇ ਸਾਡੇ ਐਮਸੀਕਿਊ ਮੇਰੀ ਗਾਈਡੈਂਸ ਤੁਹਾਡੇ ਲਈ ਹੈਲਪਫੁਲ ਹੋ ਰਹੀ ਆ, ਤਾਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੇ ਥੈਂਕ ਯੂ ਇੰਨਾ ਸਾਰਾ ਸਪੋਰਟ ਕਰਨ ਦੇ ਲਈ, ਇੰਨੇ ਚੰਗੇ ਕਮੈਂਟ ਦੇਣ ਦੇ ਲਈ। ਅਸੀਂ ਸਟਾਰਟ ਕਰਦੇ ਹਾਂ। फर्स्ट क्वेश्चन अपने कोल, हु अमंग द फॉलोइंग propounded the naturalism in education। ਆਪਾਂ ਫਿਲਾਸਫੀਜ਼ ਕੀਤੀਆਂ ਹਨਾ, ਨੈਚੁਰਲਿਜ਼ਮ ਸੀ, ਆਈਡਲਿਜ਼ਮ ਸੀ, ਪ੍ਰੈਗਮਾਟਿਜ਼ਮ ਸੀ, ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਦੋ ਬੜੀਆਂ ਇੰਪੋਰਟੈਂਟ ਨੇ, ਨੈਚੁਰਲਿਜ਼ਮ ਤੇ ਪ੍ਰੈਗਮਾਟਿਜ਼ਮ, ਠੀਕ ਹੈ ਜੀ। ਨੈਚੁਰਲਿਜ਼ਮ ਨੂੰ ਐਜੂਕੇਸ਼ਨ ਦੇ ਵਿੱਚ ਕਹਿੰਦੇ ਸਿੱਖਿਆ ਦੇ ਵਿੱਚ ਸ਼ਾਮਲ ਕਰਨ ਦਾ ਸਿਹਰਾ ਕਿਹਦੇ ਸਿਰ ਜਾਂਦਾ? ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਪਰਸਨ ਨੇ ਇਹਨੂੰ ਲੈ ਕੇ ਆਂਦਾ, ਸੋ ਕੌਣ ਹੈ ਜੀ ਆਪਣੇ ਕੋਲ? ਰੂਸੋ, ਠੀਕ ਹੈ ਜੀ। ਰੂਸੋ ਨੇ ਜਿਹੜੇ ਇਹ ਐਜੂਕੇਸ਼ਨ ਦੇ ਵਿੱਚ ਲੈ ਕੇ ਆਏ ਨੇ ਕਿਹਨੂੰ? ਨੈਚੁਰਲਿਜ਼ਮ ਨੂੰ। ਨੈਚੁਰਲਿਜ਼ਮ ਕੀ ਹੈਗਾ ਕਿ ਜਿਹਦੇ ਵਿੱਚ ਇਹ ਆਖਿਆ ਜਾਂਦਾ ਕਿ ਬੱਚਾ ਜਿਹੜਾ ਹੈਗਾ ਕੁਦਰਤੀ ਗੋਦੀ ਦੇ ਵਿੱਚ ਰਿਲੈਕਸ ਹੋ ਕੇ ਜਿਵੇਂ ਵੀ ਉਹ ਲਰਨ ਕਰਨਾ ਚਾਹੁੰਦਾ ਹੈਗਾ, ਕੁਦਰਤੀ ਗੋਦੀ ਦੇ ਵਿੱਚ ਰਹਿ ਕੇ ਸਿੱਖੇ, ਆਰਟ ਨੂੰ ਸਿੱਖੇ, ਠੀਕ ਹੈ ਜੀ। ਇਹਨਾਂ ਦੇ ਰਾਹੀਂ ਹੀ ਲਰਨ ਕਰੇ। ਤਾਂ ਇਹ ਸਾਡਾ ਕਿਹੜਾ ਸਕੂਲ ਹੈਗਾ? ਨੈਚੁਰਲਿਜ਼ਮ ਚਾਈਲਡ ਸੈਂਟਰ ਸਕੂਲ ਆ। ਜਿਹੜਾ ਸਾਡੇ ਕੋਲ ਇੱਥੇ ਨਾਮ ਆ ਜੌਹਨ ਡੈਵੀ। ਜੌਨ ਡੈਵੀ ਦਾ ਸੰਬੰਧ ਕਿਹੜੇ ਸਕੂਲ ਨਾਲ ਆ? ਪ੍ਰੈਗਮਾਟਿਜ਼ਮ ਨਾਲ। ਬੜਾ ਹੀ ਇੰਪੋਰਟੈਂਟ ਸਕੂਲ ਆ ਪ੍ਰੈਗਮਾਟਿਜ਼ਮ। ਪੰਜਾਬੀ ਦੇ ਵਿੱਚ ਆਖਦੇ ਅਸੀਂ ਵਿਵਹਾਰਵਾਦ, ਜਿਹੜਾ ਕਿ ਪ੍ਰਯੋਗ ਦੇ ਉੱਪਰ ਜ਼ੋਰ ਦਿੰਦਾ। ਇਹ ਆਖਦਾ ਕਿ ਜਿਹੜੀ ਵੀ ਚੀਜ਼ ਤੁਸੀਂ ਲਰਨ ਕਰੋ ਉਹੀ ਸੱਚ ਆ ਜਿਹਨੂੰ ਤੁਸੀਂ ਪ੍ਰਯੋਗ ਦੇ ਆਧਾਰ ਦੇ ਉੱਪਰ ਸ਼ੋ ਕਰ ਸਕਦੇ ਹੋ, ਠੀਕ ਹੈ। ਇਸੇ ਕਰਕੇ ਜਿਹੜਾ ਪ੍ਰੋਜੈਕਟ ਮੈਥਡ ਆ ਉਹਦਾ ਸੰਬੰਧ ਡੈਵੀ ਦੇ ਨਾਲ ਜੋੜਿਆ ਜਾਂਦਾ। ਦਿੱਤਾ ਬੇਸ਼ੱਕ ਉਹ ਕਿਹਨੇ ਆ, ਬਾਅਦ ਜਾ ਕੇ ਪ੍ਰਪਾਉਂਡ ਕਿਹਨੇ ਕੀਤਾ? ਕਿਲਪੈਟਰਿਕ ਨੇ, ਠੀਕ ਹੈ। ਤਾਂ ਦੋ ਸਕੂਲ ਇੰਪੋਰਟੈਂਟ ਨੇ। ਨੈਚੁਰਲਿਜ਼ਮ ਕੀ ਕਹਿੰਦਾ? ਕੁਦਰਤ ਦੀ ਗੋਦੀ ਦੇ ਵਿੱਚ ਬੱਚਾ ਰਹਿ ਕੇ ਸਿੱਖੇ, ਆਪਦੇ ਸੁਭਾਅ ਦੇ ਅਕੋਰਡਿੰਗ, ਆਪਦੇ ਨੇਚਰ ਦੇ ਅਕੋਰਡਿੰਗ ਸਿੱਖੇ। ਤੇ ਦੂਜਾ ਸਕੂਲ ਸਾਡੇ ਕੋਲ ਇੱਥੇ ਇੰਪੋਰਟੈਂਟ ਹੋ ਜਾਂਦਾ ਪ੍ਰੈਗਮਾਟਿਜ਼ਮ, ਜਿਹੜਾ ਕਹਿੰਦਾ ਕਿ ਬੱਚਾ ਪ੍ਰੈਕਟੀਕਲ ਦੇ ਆਧਾਰ ਤੇ ਉੱਪਰ ਲਰਨ ਕਰੇ, ਇਸ ਤਰੀਕੇ ਦੀ ਐਜੂਕੇਸ਼ਨ ਹੋਵੇ। ਸੈਕਿੰਡ ਕੁਐਸਚਨ ਆਪਣੇ ਕੋਲ, ਹੂ ਸੈਡ ਚਾਈਲਡ ਇਜ਼ ਮੋਰ ਇੰਪੋਰਟੈਂਟ ਦੈਨ ਆਲ ਕਾइंड ऑफ बुक्स। ਕਿਹਨੇ ਕਿਹਾ ਕਿ ਬੱਚਾ ਸਾਰੀਆਂ ਕਿਤਾਬਾਂ ਤੋਂ ਵੱਧ ਮਹੱਤਵਪੂਰਨ ਹੈ, ਠੀਕ ਹੈ। ਬੱਚੇ ਨੂੰ ਕਿਤਾਬਾਂ ਦੇ ਅਕੋਰਡਿੰਗ ਨਹੀਂ ਪੜਾਉਣਾ ਚਾਹੀਦਾ, ਬੱਚੇ ਨੂੰ ਬੱਚੇ ਦੇ ਨੇਚਰ ਦੇ ਅਕੋਰਡਿੰਗ ਪੜਾਉਣਾ ਚਾਹੀਦਾ। ਤੇ ਵੀ ਕੌਣ ਹੈ ਜੀ ਸਾਡੇ ਕੋਲ? ਰਵਿੰਦਰਨਾਥ ਟੈਗੋਰ, ਠੀਕ ਹੈ ਜੀ। ਗਾਂਧੀ ਜੀ ਨੇ ਕੀ ਆਖਿਆ ਸੀਗਾ ਕਿ ਬੱਚੇ ਨੂੰ, ਇਹਨਾਂ ਨੇ ਵੀ ਇਹ ਕਿਹਾ ਕਿ ਬੱਚੇ ਨੂੰ ਜਿਹੜਾ ਹੈਗਾ ਉਹਦੀ ਨੇਚਰ ਦੇ ਅਕੋਰਡਿੰਗ ਪੜਾਓ, ਥੋੜੀ ਆਈਡਲਿਜ਼ਮ ਦੇ ਅਕੋਰਡਿੰਗ ਵੀ ਪੜਾਓ, ਪ੍ਰੈਗਮਾਟਿਜ਼ਮ ਨੂੰ ਵੀ ਫੋਲੋ ਕਰੋ, ਠੀਕ ਹੈ। ਤਾਂ ਇਹ ਇੱਕ ਮਿਕਸ ਥਿਊਰੀ ਲੈ ਕੇ ਚੱਲਦੇ ਆ ਗਾਂਧੀ ਜੀ। ਦੈਨ ਜੇ ਅਸੀਂ ਰੂਸੋ ਦੀ ਗੱਲ ਕਰਦੇ ਹਾਂ, ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਨੈਚੁਰਲਿਜ਼ਮ ਨੂੰ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨ ਵਾਲੇ ਇਹ ਨੇ। ਤੇ ਨਾਲ ਹੀ ਐਜੂਕੇਸ਼ਨ ਦੇ ਵਿੱਚ ਜਿਹੜੀ ਇੱਕ ਬੜੀ ਹੀ ਇੰਪੋਰਟੈਂਟ ਬੁੱਕ ਆ ਇਮਾਇਲ, ਹਨਾ। ਤੁਹਾਨੂੰ ਸਾਰਿਆਂ ਨੂੰ ਕਾਫੀ ਅੱਛੀ ਨੌਲੇਜ ਹੈਗੀ ਹੈ ਇਸ ਬੁੱਕ ਦੇ ਵਿੱਚ। ਇੱਕ ਇਮੈਜਨਰੀ ਬੱਚੇ ਦੇ ਬਾਰੇ ਚ, ਹਨਾ, ਇਮਾਇਲ ਬੁੱਕ। ਤਾਂ ਇਮਾਇਲ ਬੁੱਕ ਦੇ ਬਾਰੇ ਚ ਵੀ ਕਿੰਨਾ ਨੇ, ਇਮਾਇਲ ਬੁੱਕ ਕਿੰਨਾ ਦੀ ਹੈਗੀ? ਰੂਸੋ ਦੀ। ਫਰੋਬਲ ਨੇ ਕਿੰਡਰਗਾਰਟਨ ਮੈਥਡ ਨੂੰ ਇੰਟਰੋਡਿਊਸ ਕੀਤਾ, ਫਰਸਟ ਕਿੰਡਰਗਾਰਟਨ ਸੈਟਅਪ ਕੀਤਾ 1837 ਦੇ ਵਿੱਚ, ਠੀਕ ਹੈ। ਬੇਸਿਕ ਚੀਜ਼ਾਂ ਨੇ। थर्ड क्वेश्चन अपने को विच ऑफ फॉलोइंग अरबिंदो घोष कंट्रीब्यूशन इन एजुकेशन। तो एजुकेशन ਦੇ ਵਿੱਚ ਅਰਬਿੰਦੋ ਘੋਸ਼ ਦਾ ਕੀ ਯੋਗਦਾਨ ਆ? ਦੇਖੋ, ਸਭ ਤੋਂ ਪਹਿਲਾਂ ਤਾਂ ਅਰਬਿੰਦੋ ਘੋਸ਼ ਨੇ ਜਿਹੜੇ ਸਪਿਰਿਚੁਅਲਿਜ਼ਮ ਦੇ ਨਾਲ ਸੰਬੰਧਿਤ ਰੱਖਦੇ ਆ, ਅਧਿਆਤਮਕਵਾਦ ਦੇ ਨਾਲ, ਪਰ ਅਧਿਆਤਮਕਵਾਦ ਥੋੜਾ ਜਿਹਾ ਆਈਡਲਿਜ਼ਮ ਦੇ ਨਾਲ ਵੀ ਮੇਲ ਖਾਂਦਾ, ਤੇ ਇਸ ਕਰਕੇ ਆਈਡਲਿਜ਼ਮ ਤੇ ਸਪਿਰਿਚੁਅਲਿਜ਼ਮ ਦੇ ਦੋਨਾਂ ਦੇ ਨਾਲ ਜੋੜ ਦਿੱਤਾ ਜਾਂਦਾ ਅਰਬਿੰਦੋ ਘੋਸ਼ ਦਾ ਨਾਮ, ਠੀਕ ਹੈ ਜੀ। ਅਰਬਿੰਦੋ ਘੋਸ਼ ਨੇ ਗੁਰੂਕੁਲ ਸਿਸਟਮ ਨੂੰ ਇੰਡੀਆ ਦੇ ਵਿੱਚ ਮਤਲਬ ਐਜੂਕੇਸ਼ਨ ਨੂੰ, ਗੁਰੂਕੁਲ ਐਜੂਕੇਸ਼ਨ ਨੂੰ ਇੰਟਰੋਡਿਊਸ ਕੀਤਾ। ਕਾਫੀ ਸਾਰੇ ਜਿਹੜੇ ਆਸ਼ਰਮ ਸਕੂਲ ਸੈਟਅਪ ਕੀਤੇ, ਜਿਨ੍ਹਾਂ ਚੋਂ ਪਾਂਡੇਚੇਰੀ ਦਾ ਸਕੂਲ ਕਾਫੀ ਪ੍ਰਸਿੱਧ ਹੋਇਆ। ਤੇ ਇਹਨੇ ਐਜੂਕੇਸ਼ਨ ਦੇ ਵਿੱਚ ਯੋਗਾ ਨੂੰ, ਸੈਂਸਿਸ ਦੀ ਪਰਫੈਕਸ਼ਨ ਦੇ ਉੱਪਰ, ਗਿਆਨ ਇੰਦਰੀਆਂ ਦੀ ਸੰਪੂਰਨ ਯੋਗਤਾ ਦੇ ਉੱਪਰ ਜ਼ੋਰ ਦਿੱਤਾ। ਤੇ ਨਾਲ ਹੀ ਇਹਨਾਂ ਨੇ ਕਿੱਥੇ ਜਿਹੜਾ ਇੰਪੋਰਟੈਂਟ ਹੈ ਆਪਣੇ ਕੋਲ ਇੰਟੀਗਰਲ ਐਜੂਕੇਸ਼ਨ, ਠੀਕ ਹੈ। ਮਤਲਬ ਏਕੀਕ੍ਰਿਤ ਸਿੱਖਿਆ, ਐਵੇਂ ਦੀ ਸਿੱਖਿਆ ਹੋਵੇ ਜਿਹੜੀ ਕਿ ਬੱਚੇ ਦਾ ਸੰਪੂਰਨ ਵਿਕਾਸ ਕਰਦੀ ਹੋਵੇ,
ਉਹ ਇੱਕ ਚੀਜ਼ ਦੇ ਵਿੱਚ ਲਰਨ ਕਰੇ ਪਰ ਇਸ ਤਰੀਕੇ ਦਾ ਲਰਨ ਕਰੇ ਕਿ ਉਹਦੇ ਬਾਕੀ ਸਾਰੇ ਖੇਤਰ ਵੀ ਸੰਪੂਰਨ ਤੌਰ ਤੇ ਵਿਕਸਿਤ ਹੋਣ। ਇਸ ਤਰ੍ਹਾਂ ਦੀ ਸਿੱਖਿਆ ਦੇ ਉੱਪਰ ਅਰਬਿੰਦੋ ਘੋਸ਼ ਨੇ ਜਿਹੜਾ ਆਪਣਾ ਜ਼ੋਰ ਦਿੱਤਾ। ਠੀਕ ਹੈ ਜੀ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ ਐਨ ਐਜੂਕੇਸ਼ਨਿਸਟ ਗਾਂਧੀ ਜੀ। ਗਾਂਧੀ ਜੀ ਕਿਸ ਤਰ੍ਹਾਂ ਦੇ ਸਿੱਖਿਆ ਸ਼ਾਸਤਰੀ ਸੀ? ਮੈਂ ਤੁਹਾਨੂੰ ਪਹਿਲਾਂ ਹੀ ਕਰਵਾ ਚੁੱਕੀ ਹਾਂ ਨਾ ਕਿ ਗਾਂਧੀ ਜੀ ਨੈਚੁਰਲਿਜ਼ਮ ਨੂੰ ਵੀ ਫੋਲੋ ਕਰਦੇ ਆ, ਗਾਂਧੀ ਜੀ ਆਈਡਲਿਸਟਿਕ ਵੀ ਸੀਗੇ ਤੇ ਗਾਂਧੀ ਜੀ ਪ੍ਰੈਗਮੈਟਿਜ਼ਮ ਨੂੰ ਵੀ ਫੋਲੋ ਕਰਦੇ ਆ। ਤਾਂ ਗਾਂਧੀ ਜੀ ਤਿੰਨਾਂ ਦੇ ਨਾਲ ਸੰਬੰਧਿਤ ਆ। ਇਹਨਾਂ ਨੇ ਮੌਂਟੇਸਰੀ ਮੈਥਡ ਨੂੰ ਵੀ ਫੋਲੋ ਕੀਤਾ। ਠੀਕ ਹੈ। ਹੂ ਇਜ਼ ਦ ਫਾਊਂਡਰ ਆਫ ਸ਼ਾਂਤੀ ਨਿਕੇਤਨ? ਸ਼ਾਂਤੀ ਨਿਕੇਤਨ ਸਕੂਲ ਆ ਜਿਹੜੇ ਨੈਚੁਰਲਿਸਟਿਕ ਤਰੀਕੇ ਦੇ ਸਕੂਲ ਨੇ, ਇਹਨਾਂ ਸਕੂਲ ਨੂੰ ਕਿਹਨੇ ਸੈਟਅਪ ਕੀਤਾ ਸੀਗਾ? ਰਵਿੰਦਰਨਾਥ ਟੈਗੋਰ ਜੀ ਨੇ। ਕਿੱਥੇ ਕੀਤਾ? ਕਲਕੱਤਾ ਦੇ ਵਿੱਚ, ਜਿੱਥੇ ਬੱਚੇ ਨੂੰ ਨੇਚਰ ਦੇ ਅਕੋਰਡਿੰਗ ਆਰਟ ਵਗੈਰਾ ਕੁਦਰਤ ਦੀ ਗੋਦੀ ਦੇ ਵਿੱਚ ਰਹਿ ਕੇ ਹੀ ਸਿਖਾਇਆ ਜਾਂਦਾ ਸੀ। ਕਲਕੱਤਾ ਦੇ ਨੇੜੇ ਇੱਕ ਪਿੰਡ ਦੇ ਵਿੱਚ ਸਕੂਲ ਨੂੰ ਸੈਟਅਪ ਕੀਤਾ ਗਿਆ ਸੀ। ਵੈਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਮਰਜ ਇਨ ਪ੍ਰਾਇਮਰੀ ਸਕੂਲ ਇਨ ਪੰਜਾਬ? ਪੰਜਾਬ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਕਦੋਂ ਪ੍ਰਾਇਮਰੀ ਸਕੂਲਾਂ ਦੇ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਮਰਜ ਕੀਤਾ ਗਿਆ ਸੀ? ਤਾਂ ਨਵੰਬਰ 2017 ਦੇ ਵਿੱਚ। ਅਸੀਂ ਕਾਫੀ ਵਾਰ ਰਿਪੀਟ ਕਰ ਚੁੱਕੇ ਹਾਂ ਹਨਾ ਇਸ ਕੁਐਸਚਨ ਨੂੰ। ਤਾਂ ਜਿਹੜੇ ਅਸਲ ਦੇ ਵਿੱਚ ਕੀ ਸੀਗਾ, 2017 ਦੇ ਵਿੱਚ ਇੰਟਰੋਡਿਊਸ ਹੁੰਦੀ ਆ ਪੰਜਾਬ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵੱਡੇ ਲੈਵਲ ਦੇ ਉੱਪਰ, ਇੱਕ ਪੰਜਾਬ ਲੈਵਲ ਦੇ ਉੱਪਰ। ਠੀਕ ਹੈ ਜੀ। ਤਾਂ ਇੱਥੇ ਉਸ ਟਾਈਮ ਤੇ ਸਿੱਖਿਆ ਮੰਤਰੀ ਕੌਣ ਸੀਗੇ? ਅਰੁਣਾ ਚੌਧਰੀ। ਤੇ ਉਹਨਾਂ ਨੇ ਹੀ ਜਿਹੜਾ ਸੀ ਮੁਹਾਲੀ ਦੇ ਵਿੱਚ ਇਨੋਗ੍ਰੇਟ ਕੀਤਾ ਸੀਗਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ। ਇਹ ਆਖਿਆ ਸੀਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੀ ਇਹਨਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ। ਠੀਕ ਹੈ ਜੀ। ਟਾਈਮ ਕਿੰਨਾ ਸਮਾਂ ਹੁੰਦਾ ਸੀ? 3 ਤੋਂ 4 ਘੰਟੇ ਪ੍ਰੀ ਪ੍ਰਾਇਮਰੀ ਸਕੂਲ ਦੇ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਲਈ ਬੁਲਾਇਆ ਜਾ ਸਕਦਾ। Then next question ਆਪਣੇ ਕੋਲ when Maria Montessori came in India to guide teachers? ਮੈਡਮ ਮੌਂਟੈਂਸਰੀ ਦਾ ਮੈਥਡ ਐਜੂਕੇਸ਼ਨ ਦੇ ਵਿੱਚ ਬੜਾ ਹੀ ਇੰਪੋਰਟੈਂਟ ਮੈਥਡ ਆ। ਤੁਸੀਂ ਜਿਹੜੇ ਬੱਚਿਆਂ ਨੇ ਆਨਲਾਈਨ ਕੋਰਸ ਲਿਆ ਹੋਇਆ ਸੀ, ਮੈਂ ਕਾਫੀ ਡੀਪ ਦੇ ਵਿੱਚ ਤੁਹਾਨੂੰ ਮੌਂਟੈਂਸਰੀ ਮੈਥਡ ਦੇ ਬਾਰੇ ਚ ਕਰਾਇਆ ਹੋਇਆ ਨਾ, ਤਾਂ ਤੁਹਾਨੂੰ ਪਤਾ ਕਿ ਉਹ ਸੈਂਸਿਸ ਦੇ ਉੱਪਰ ਜ਼ੋਰ ਦਿੰਦੀ ਆ। ਕਰਿਕੂਲਮ ਇੱਕ ਸਿਸਟਮੈਟਿਕ ਬੱਚੇ ਦੀ ਨੀਡ ਲਿਵਿੰਗ ਦੇ ਅਕੋਰਡਿੰਗ ਕਰਿਕੂਲਮ ਦੇ ਉੱਪਰ ਜ਼ੋਰ ਦਿੰਦੀ ਆ। ਜਿਹੜੇ ਵੂਡਨ ਟੁਆਇਜ਼ ਦੇ ਉੱਪਰ ਜ਼ੋਰ ਦਿੰਦੀ ਆ। ਤੇ ਮੈਡਮ ਮੌਂਟੈਂਸਰੀ ਕਿੱਥੋਂ ਦੇ ਸੀਗੇ? ਇਟਲੀ ਦੇ ਸੀ ਹਨਾ, ਜਿਨ੍ਹਾਂ ਨੇ ਕਾਫੀ ਇੰਪੋਰਟੈਂਟ ਯੋਗਦਾਨ ਐਜੂਕੇਸ਼ਨ ਦੇ ਵਿੱਚ ਦਿੱਤਾ। ਸਾਇੰਟਿਫਿਕ ਤਰੀਕੇ ਨਾਲ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਉਹ ਕਾਫੀ ਮਤਲਬ ਰਹੇ ਨੇ ਹਨਾ, ਐਕਟਿਵ ਰਹੇ ਨੇ। ਤੇ ਨਾਲ ਹੀ ਇਹਨਾਂ ਨੇ ਜਿਹੜਾ ਸੀਗਾ ਇੰਟਰਨੈਸ਼ਨਲ ਐਸੋਸੀਏਸ਼ਨ ਸੀਗੀ ਜਿਹੜੀ ਟੀਚਰ ਟ੍ਰੇਨਿੰਗ ਦੇ ਲਈ, ਉਹ ਵੀ ਸੈਟਅਪ ਕੀਤੀ ਸੀ ਹਨਾ। ਮੌਂਟੈਂਸਰੀ ਐਸੋਸੀਏਸ਼ਨ ਇੰਟਰਨੈਸ਼ਨਲ ਨੂੰ ਸੈਟਅਪ ਕੀਤਾ ਸੀ ਕਾਦੇ ਲਈ? ਟੀਚਰਸ ਨੂੰ ਟ੍ਰੇਨਿੰਗ ਦੇਣ ਦੇ ਲਈ। ਤੇ 1907 ਦੇ ਵਿੱਚ ਇਹਨਾਂ ਦਾ ਆਪਣਾ ਪਰਸਨਲ ਜਿਹੜਾ ਮੌਂਟੈਂਸਰੀ ਆਈਡੀਆ ਸੀ, ਉਹ ਮੌਂਟੈਂਸਰੀ ਸਕੂਲ ਸੀ, ਇਹਨਾਂ ਨੇ ਸੈਟਅਪ ਮੌਂਟੈਂਸਰੀ ਅੰਦੋਲਨ ਨੂੰ ਇਹਨਾਂ ਨੇ ਸ਼ੁਰੂ ਕੀਤਾ। ਜੇ ਅਸੀਂ ਇੰਡੀਆ ਦੇ ਵਿੱਚ ਗੱਲ ਕਰਦੇ ਹਾਂ, ਮੈਡਮ ਮੌਂਟੈਂਸਰੀ ਕਦੋਂ ਆਉਂਦੇ ਨੇ? ਤਾਂ 1939 ਦੇ ਵਿੱਚ ਆਏ। ਠੀਕ ਹੈ। ਉਸ ਤੋਂ ਪਹਿਲਾਂ ਹੀ ਗਾਂਧੀ ਜੀ ਸੀ ਜਿਹੜੇ 1937 ਦੇ ਵਿੱਚ ਇੰਡੀਆ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਬੇਸਿਕ ਐਜੂਕੇਸ਼ਨ ਦਾ ਕਨਸੈਪਟ ਦੇ ਚੁੱਕੇ ਸੀ। ਕਦੋਂ? 1937 ਈਸਵੀ ਦੇ ਵਿੱਚ ਗਾਂਧੀ ਜੀ। ਉਸ ਤੋਂ ਬਾਅਦ ਗਾਂਧੀ ਜੀ ਜਦੋਂ ਮੈਡਮ ਮੌਂਟੈਂਸਰੀ ਇੰਡੀਆ ਦੇ ਵਿੱਚ ਆਉਂਦੀ ਹੈ ਤੇ ਇਹਨਾਂ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ। ਇਹਨਾਂ ਦੀ ਸ਼ਖਸੀਅਤ ਤੋਂ ਗਾਂਧੀ ਜੀ ਕਾਫੀ ਪ੍ਰਭਾਵਿਤ ਹੁੰਦੇ ਆ ਹਨਾ। ਤਾਂ ਕਾਫੀ ਅੱਛਾ ਯੋਗਦਾਨ ਆ ਜਿਹੜਾ ਇਹ ਮੈਡਮ ਮੌਂਟੈਂਸਰੀ ਪਾਉਂਦੇ ਨੇ ਸਿੱਖਿਆ ਦੇ ਵਿੱਚ। ਤੇ ਇਹਨਾਂ ਦੇ ਅੰਡਰ ਹੀ ਜਿਹੜਾ ਮਹਾਰਾਸ਼ਟਰ ਦੇ ਵਿੱਚ, ਬੰਬੇ ਦੇ ਵਿੱਚ ਜਿਹੜੇ ਮੌਂਟੈਂਸਰੀ ਮੈਥਡ ਦੇ ਸਕੂਲ ਵੀ ਓਪਨ ਹੋਏ। ਠੀਕ ਹੈ। ਨੈਕਸਟ ਕੁਐਸਚਨ ਆਪਣੇ ਕੋਲ ਵਿਚ ਇਜ਼ ਰੋਂਗ ਅਬਾਊਟ ਫਰੋਬਲ? ਫਰੋਬਲ ਦੇ ਬਾਰੇ ਚ ਕਹਿੰਦੇ ਕੀ ਗਲਤ ਆ? ਫਰੋਬਲ ਨੇ ਕਿੰਡਰਗਾਰਟਨ ਜਿਹੜੇ ਸੀ ਸਕੂਲ ਸੈਟਅਪ ਕੀਤੇ ਕਦੋਂ? 1937 ਦੇ ਵਿੱਚ। ਬਿਲਕੁਲ ਠੀਕ ਆ। ਹੀ ਯੂਜ਼ਡ ਵੂਡਨ ਗਿਫਟ ਐਂਡ ਆਕੂਪੇਸ਼ਨ? ਬਿਲਕੁਲ ਸਹੀ। ਇਹਨਾਂ ਨੇ ਫਰੋਬਲ ਜੀ ਨੇ ਸਭ ਤੋਂ ਪਹਿਲਾਂ, ਜੇ ਅਸੀਂ ਮੰਨ ਕੇ ਚੱਲੀਏ, ਵੂਡਨ ਦੇ ਜਿਵੇਂ ਕੋਨ ਹੋ ਗਏ ਹਨਾ, ਆਪਾਂ ਕੀ ਸਕੁਅਰਸ ਹੋ ਗਏ, ਰੈਕਟੈਂਗਲਸ ਹੋ ਗਏ, ਇਸ ਤਰੀਕੇ ਦੀਆਂ ਸ਼ੇਪਸ ਐਜੂਕੇਸ਼ਨ ਦੇ ਵਿੱਚ ਇੰਟਰੋਡਿਊਸ ਕੀਤੀਆਂ। ਲੱਕੜ ਦੀਆਂ ਸ਼ੇਪਸ, ਲੱਕੜ ਦੇ ਟੁਆਇਜ਼। ਠੀਕ ਹੈ। ਤੇ ਨਾਲ ਹੀ ਉਹਨਾਂ ਨੂੰ ਵਰਤਣਾ, ਆਕੂਪੇਸ਼ਨ ਵੀ ਦੱਸਿਆ ਕਿ ਇਹਨਾਂ ਨੂੰ ਕਿਵੇਂ ਵਰਤਣਾ। ਨਾਲ ਹੀ ਫਰੋਬਲ ਜੀ ਨੇ ਇੱਕ ਗੀਤਾਂ ਦੇ ਰਾਹੀਂ ਬੱਚੇ ਨੂੰ ਸਿੱਖਿਆ ਦੇਣ ਦੇ ਉੱਪਰ ਜ਼ੋਰ ਦਿੱਤਾ, ਜਿਹਨੂੰ ਮਦਰ ਸੌਂਗ ਵੀ ਆਖਿਆ ਜਾਂਦਾ। ਮਦਰ ਸੌਂਗ ਹੋ ਗਏ, ਮੈਥਡਸ ਹੋ ਗਏ, ਸਟੋਰੀਜ਼ ਹੋ ਗਈਆਂ। ਅਸਲ ਦੇ ਵਿੱਚ ਇਹਨੂੰ ਕਲੈਕਟਿਵਲੀ ਕਿਹਾ ਗਿਆ। ਜਿਹੜੀ ਉਹਨਾਂ ਦੇ, ਕਿਉਂਕਿ ਜਰਮਨ ਦੇ ਸੀਗੇ, ਤੁਹਾਨੂੰ ਪਤਾ ਨਾ ਫਰੋਬਲ ਜੀ ਜਰਮਨੀ ਦੇ ਨਾਲ ਸੰਬੰਧਿਤ ਰੱਖਦੇ ਆ। ਕਿੰਡਰਗਾਰਟਨ ਮੈਥਡ ਨੂੰ ਦੇਣ ਵਾਲੇ ਇਹ ਨੇ, ਪਲੇਵੇ ਮੈਥਡ ਦਾ ਆਧਾਰ ਕ੍ਰੀਏਟ ਕਰਨ ਵਾਲੇ ਵੀ ਇਹੀ ਨੇ। ਤਾਂ ਇਹਨਾਂ ਨੇ ਜੋ ਸੌਂਗਸ ਦਿੱਤੇ ਸੀ ਉਹਨਾਂ ਨੂੰ ਜਰਮਨ ਭਾਸ਼ਾ ਦੇ ਵਿੱਚ ਕੀ ਆਖਿਆ ਗਿਆ? ਮਟਰ und ਕੋਸ ਲਾਈਦਾ। ਠੀਕ ਹੈ। ਜਿਹੜੀ ਇਹ ਤਿੰਨੋਂ ਚੀਜ਼ਾਂ ਇਹਨਾਂ ਦੇ ਬਾਰੇ ਚ ਬਿਲਕੁਲ ਠੀਕ ਨੇ। ਜਿਹੜੀ ਸਾਡੇ ਤੋਂ ਇੱਥੇ ਪੁੱਛਿਆ ਗਿਆ ਕਿ ਇਹਨਾਂ ਦੇ ਬਾਰੇ ਚ ਕੀ ਗਲਤ ਆ, ਇਹਨਾਂ ਨੇ ਆਖਿਆ ਕਿ ਐਕਸਟ੍ਰੈਂਸਿਕ ਮੋਟੀਵੇਸ਼ਨ। ਐਕਸਟ੍ਰੈਂਸਿਕ ਮੋਟੀਵੇਸ਼ਨ ਨਹੀਂ ਆ, ਇਹ ਕਿਹਦੇ ਤੇ ਜ਼ੋਰ ਦਿੰਦੇ ਹੈਗੇ ਆ? ਇੰਟਰੈਂਸਿਕ ਮੋਟੀਵੇਸ਼ਨ। ਦੋ ਤਰ੍ਹਾਂ ਦੀ ਮੋਟੀਵੇਸ਼ਨ ਹੁੰਦੀ ਆ। ਇੱਕ ਮੋਟੀਵੇਸ਼ਨ ਹੁੰਦੀ ਆ ਅੰਦਰੂਨੀ ਮੋਟੀਵੇਸ਼ਨ, ਜਿਹਨੂੰ ਇੰਟਰੈਂਸਿਕ ਆਖਦੇ ਆ। ਇੱਕ ਮੋਟੀਵੇਸ਼ਨ ਹੁੰਦੀ ਆ ਐਕਸਟ੍ਰੈਂਸਿਕ, ਮਤਲਬ ਬਾਹਰੀ ਮੋਟੀਵੇਸ਼ਨ। ਜਦੋਂ ਤੁਹਾਨੂੰ ਕੋਈ ਬਾਹਰੋਂ ਕਹਿ ਰਿਹਾ ਨਾ ਕਿ ਤੁਸੀਂ ਟੀਚਰ ਲੱਗੋ, ਇਸ ਕਰਕੇ ਪੜ੍ਹੋ ਹਨਾ, ਤੁਸੀਂ ਟੀਚਰ ਲੱਗਣਾ, ਤੁਹਾਡਾ ਘਰੇ ਪ੍ਰੈਸ਼ਰ
ਹੋਵੇ, ਕੋਈ ਤੁਹਾਨੂੰ ਕਵੇ ਤੁਹਾਨੂੰ ਸਾਨੂੰ ਲੋੜ ਹੈ ਇਸ ਕਰਕੇ ਤੂੰ ਲੱਗ ਨਾ, ਕੋਈ ਤੁਹਾਨੂੰ ਬਾਹਰੋਂ ਮੋਟੀਵੇਟ ਕਰ ਰਿਹਾ, ਕੋਈ ਵੀ ਹੋ ਸਕਦਾ, ਉਹ ਤੁਹਾਡੀ ਲੋੜ ਦੇ ਲਈ ਤੁਹਾਨੂੰ ਮੋਟੀਵੇਟ ਕਰ ਰਿਹਾ ਹੋ ਸਕਦਾ ਹੈ ਨਾ, ਆਪਦੀ ਲੋੜ ਦੇ ਲਈ ਮੋਟੀਵੇਟ ਕਰ ਰਿਹਾ। ਜਦੋਂ ਤੁਹਾਨੂੰ ਕੋਈ ਬਾਹਰੋਂ ਕਵੇ, ਜਿਵੇਂ ਮੈਂ ਤੁਹਾਨੂੰ ਕਹਾਂ ਬੇਟਾ ਪੜ੍ਹੋ ਕਿਉਂਕਿ ਤੁਹਾਡੇ ਲਈ ਇੱਕ ਗੁੱਡ ਅਪਰਚੂਨਿਟੀ ਆ, ਇੰਨੀਆਂ ਵੱਡੀ ਗਿਣਤੀ ਦੇ ਵਿੱਚ ਇੰਨੀਆਂ ਪੋਸਟਾਂ ਆਉਣੀਆਂ, ਇੱਕ ਬਹੁਤ ਅੱਛਾ ਮੌਕਾ ਹੈ ਨਾ, ਮੈਂ ਤੁਹਾਡੇ ਲਈ ਜੋ ਕੰਮ ਕਰ ਰਹੀ ਹਾਂ ਉਹ ਕੀ ਹੈਗਾ, ਤੁਹਾਡੇ ਲਈ ਐਕਸਟੈਂਸਿਕ ਬਾਹਰੀ ਮੋਟੀਵੇਸ਼ਨ। ਇੱਥੇ ਜਿਹੜੀ ਮੋਟੀਵੇਸ਼ਨ ਦੀ ਗੱਲ ਚੱਲੀ ਉਹ ਕਿਹੜੀ ਹੈਗੀ, ਇੰਟਰੈਂਸਿਕ, ਜਦੋਂ ਤੁਹਾਨੂੰ ਕੋਈ ਕਵੇ ਨਾ, ਜਿਵੇਂ ਕਿ ਤੁਹਾਡੇ ਚ ਜਿੰਨੇ ਵੀ ਬੱਚੇ ਹੈਗੇ ਇੰਟਰੈਂਸਿਕ ਮੋਟੀਵੇਸ਼ਨ ਜ਼ਿਆਦਾ ਆ, ਕਿਉਂਕਿ ਤੁਸੀਂ ਆਪਦੇ ਲਈ ਆਪਦੀ ਖੁਸ਼ੀ ਦੇ ਲਈ ਮੋਟੀਵੇਟ ਹੋ ਕੇ ਐਫਰਟ ਕਰ ਰਹੇ ਹੋ, ਠੀਕ ਹੈ। ਤੇ ਕੀ ਹੁੰਦੀ ਹੈ ਅੰਦਰੂਨੀ, ਜਦੋਂ ਤੁਹਾਡੇ ਅੰਦਰੋਂ ਪ੍ਰੇਰਨਾ ਹੋਵੇ ਕਿ ਤੁਸੀਂ ਕੁਝ ਕਰਨਾ, ਮਤਲਬ ਇੱਕ ਤਰੀਕੇ ਦੀ ਰੈਡੀਨੈਸ। ਦੈਨ ਆਪਣੇ ਕੋਲ ਹੈ ਵਲਡੋਰਫ ਸਕੂਲ ਬੇਸਡ ਔਨ, ਵਲਡੋਰਫ ਸਕੂਲ ਕਿਹਦੇ ਤੇ ਆਧਾਰਿਤ ਆ, ਸਭ ਤੋਂ ਪਹਿਲਾਂ ਤਾਂ ਵਲਡੋਰਫ ਸਕੂਲ ਦੇ ਵਿੱਚ ਕੀ ਆਖਿਆ ਗਿਆ ਕਿ ਕੋਈ ਵੀ ਕਿਤਾਬਾਂ ਨਹੀਂ ਹੋਣੀਆਂ ਚਾਹੀਦੀਆਂ ਕਦੋਂ ਤੱਕ, 6ਵੀਂ ਜਮਾਤ ਤੱਕ, ਠੀਕ ਹੈ, ਖੇਡ ਤੇ ਆਧਾਰਿਤ ਹੋਵੇ। ਦੈਨ ਡਰਾਮੈਟਿਕ ਪਲੇ ਹੋਵੇ, ਨਾਟਕ ਤੇ ਆਧਾਰਿਤ ਖੇਡ ਹੋਵੇ, ਤੇ ਸਟੋਰੀ ਟੈਲਿੰਗ ਮੈਥਡ ਦੀ ਵਰਤੋਂ ਕੀਤੀ ਜਾਵੇ, ਇਹ ਆਖਿਆ ਕਿਹਨਾਂ ਨੇ, ਵਲਡੋਰਫ ਸਕੂਲ ਦੇ ਵਿੱਚ। ਤੇ ਵਲਡੋਰਫ ਸਕੂਲ ਕਿਹਦੀ ਫਿਲਾਸਫੀ ਹੈਗੀ ਆ, ਰਡੋਲਫ ਸਟੇਨਰ ਦੀ, ਠੀਕ ਹੈ ਜੀ, ਇਹ ਬੜਾ ਹੀ ਇੰਪੋਰਟੈਂਟ ਆ। ਤਾਂ ਰਡੋਲਫ ਸਟੇਨਰ ਦੀ ਹੀ ਇਹ ਕੀ ਹੈਗੀ ਆ ਆਪਣੇ ਕੋਲ ਇੱਕ ਫਿਲਾਸਫੀ, ਉਹਦੇ ਆਧਾਰਿਤ ਸਕੂਲ ਹੀ ਵਲਡੋਰਫ ਸੈਟਅਪ ਕੀਤੇ ਗਏ। ਤੇ ਸਾਡੇ ਕੋਲ ਕੀ ਆ, ਆਲ ਆਫ ਅਬਵ, ਕਿਉਂਕਿ ਸਾਰੀਆਂ ਹੀ ਸਟੇਟਮੈਂਟ ਰਾਈਟ ਨੇ। ਦੈਨ ਹੈਗਾ ਵਿਚ ਇਜ਼ ਰਾਈਟ ਅਬਾਊਟ ਗੀਜੂਬਾਈ ਬਦੇਕਾ। ਗੀਜੂਬਾਈ ਬਦੇਕਾ ਬੜੇ ਹੀ ਇੰਪੋਰਟੈਂਟ ਪਰਸਨ ਨੇ, ਅਸਲ ਦੇ ਵਿੱਚ ਪਹਿਲੇ ਪਰਸਨ ਮੰਨੇ ਜਾਂਦੇ ਆ ਇੰਡੀਆ ਦੇ ਜਿਨ੍ਹਾਂ ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਐਫਰਟ ਕਰਨੀਆਂ ਸ਼ੁਰੂ ਕੀਤੀਆਂ। ਇਹ ਕੀ ਸੀ, ਮੰਟੈਂਸਰੀ ਮੈਡਮ ਦੇ ਮੈਥਡ ਨੂੰ ਫੋਲੋ ਕਰਦੇ ਆ, ਤੇ ਮੰਟੈਂਸਰੀ ਮੈਥਡ ਨੂੰ ਇੰਡੀਆ ਦੇ ਵਿੱਚ ਇੱਕ ਨਵੇਂ ਤਰੀਕੇ ਦੇ ਨਾਲ ਪੰਜਾਬ ਦੇ ਰਿਸੋਰਸਿਸ ਦੇ ਅਕੋਰਡਿੰਗ, ਸੌਰੀ ਇੰਡੀਆ ਦੇ ਰਿਸੋਰਸਿਸ ਦੇ ਅਕੋਰਡਿੰਗ ਲਾਗੂ ਕਰਦੇ ਆ। ਤੇ ਇਹਨਾਂ ਦਾ ਬੱਚਿਆਂ ਨਾਲ ਬੜਾ ਪਿਆਰ ਸੀ, ਇਸ ਕਰਕੇ ਇਹਨਾਂ ਨੂੰ ਮਚੌਲੀ ਮਾਂ ਆਖਦੇ ਸੀ, ਬਿਲਕੁਲ ਸਹੀ ਆ। ਇਹਨਾਂ ਨੇ ਨੂਤਨ NBSS, ਠੀਕ ਹੈ, ਨੂਤਨ ਸਿੱਖਿਆ ਸੰਘ ਦੀ ਸਥਾਪਨਾ ਵੀ ਕੀਤੀ। ਜਿਹੜਾ ਨੂਤਨ ਸਿੱਖਿਆ ਸੰਘ ਸੀ ਇਹ ਦਕਸ਼ਨਾ ਫਾਊਂਡੇਸ਼ਨ, ਦਕਸ਼ਨਾ ਮੂਰਤੀ ਫਾਊਂਡੇਸ਼ਨ ਆ ਜਿਹੜਾ ਭਾਵਨਗਰ ਗੁਜਰਾਤ ਦੇ ਵਿੱਚ, ਉੱਥੇ ਹੀ ਉਸ ਫਾਊਂਡੇਸ਼ਨ ਦੇ ਦੁਆਰਾ ਅੰਡਰ ਸੈਟਅਪ ਕੀਤਾ ਗਿਆ ਸੀ। ਤਾਰਾਬਾਈ ਮੋਦਕ ਨੇ ਤੇ ਗੀਜੂਬਾਈ ਦੋਨਾਂ ਨੇ 1926 ਦੇ ਵਿੱਚ ਇਹਨੂੰ ਸੈਟਅਪ ਕੀਤਾ ਸੀ, ਠੀਕ ਹੈ, ਜਿਹਦਾ ਮੇਨ ਕੰਮ ਸੀਗਾ ਇੰਡੀਆ ਦੇ ਵਿੱਚ ਪ੍ਰਮੋਟ ਕਰਨਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ। ਤਾਂ ਇਸ ਕਰਕੇ ਸਾਡੇ ਕੋਲ ਜਿਹੜਾ ਇੱਥੇ ਆਨਸਰ ਬਣਦਾ ਹੈ ਉਹ ਬੋਥ ਆ, ਕਿਉਂਕਿ ਇਹ ਦੋਨੇ ਚੀਜ਼ਾਂ ਹੀ ਇਹਨਾਂ ਦੇ ਬਾਰੇ ਚ ਬਿਲਕੁਲ ਸਹੀ ਆ। ਦੈਨ ਇਹਨਾਂ ਨੇ ਕਿਹਾ ਕਿ ਹਿਸ ਬੁੱਕਸ ਓਨਲੀ ਫॉर ਸਟੂਡੈਂਟ, ਕਿ ਉਹਨਾਂ ਦੇ ਬੁੱਕਸ ਸਿਰਫ ਬੱਚਿਆਂ ਦੇ ਲਈ, ਸਟੂਡੈਂਟਸ ਲਈ ਸੀ, ਨਹੀਂ, ਬਿਲਕੁਲ ਨਹੀਂ। ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਨੇ ਜਿਹੜੀਆਂ ਗੁਜਰਾਤੀ ਭਾਸ਼ਾ ਦੇ ਵਿੱਚ, ਮਰਾਠੀ ਭਾਸ਼ਾ ਤੇ ਹਿੰਦੀ ਭਾਸ਼ਾ ਦੇ ਵਿੱਚ ਲਿਖੀਆਂ, ਤੇ ਸਾਰੀਆਂ ਹੀ ਜਿਹੜੀਆਂ ਨੇ ਉਹ ਬੱਚਿਆਂ ਨੂੰ ਗਾਈਡ ਕਰਨ ਦੇ ਲਈ ਵੀ ਸੀ, ਟੀਚਰਸ ਦੇ ਲਈ ਵੀ ਇੱਕ ਗੁੱਡ ਗਾਈਡੈਂਸ ਸੀਗੀ, ਤੇ ਮਾਪਿਆਂ ਲਈ ਵੀ ਅੱਛੀ ਗਾਈਡੈਂਸ ਪ੍ਰਦਾਨ ਕਰਦੀਆਂ ਸੀ, ਸਿਰਫ ਬੱਚਿਆਂ ਲਈ ਨਹੀਂ ਸੀ। ਦੈਨ ਸੀ ਵਟ ਇਜ਼ ਰੋਂਗ ਅਬਾਊਟ ਤਾਰਾਬਾਈ ਮੋਦਕ। ਤਾਰਾਬਾਈ ਮੋਦਕ ਦੇ ਬਾਰੇ ਚ ਕੀ ਗਲਤ ਆ, ਪਦਮ ਭੂਸ਼ਣ ਮਿਲਿਆ, ਬਿਲਕੁਲ ਠੀਕ ਆ, ਠੀਕ ਹੈ। known for silent revolution in tribal area of ਕੋਸਾਬਾਦ, ਬਿਲਕੁਲ, ਜਿਹੜਾ ਇਹਨਾਂ ਨੇ ਕੋਸਾਬਾਦ ਕੀ ਸੀਗਾ, ਇੱਕ ਕਬੀਲਾ ਸੀ, ਕਬੀਲਾਈ ਟ੍ਰਾਈਬਲ ਏਰੀਆ ਸੀ, ਉੱਥੇ ਬਾਲਵਾੜੀ ਸੈਟਅਪ ਕੀਤੀ, ਤੇ ਇਸੇ ਨੂੰ ਜਿਹੜਾ ਸਾਇਲੈਂਟ ਰੈਵੋਲੂਸ਼ਨ ਮੰਨਿਆ ਜਾਂਦਾ ਐਜੂਕੇਸ਼ਨ ਦੇ ਲਈ, ਕਿੱਥੇ, ਕੋਸਾਬਾਦ ਦੇ ਵਿੱਚ। ਤੇ ਇਹਨਾਂ ਨੇ ਬਾਲਵਾੜੀਆਂ ਬੌਰਦੀ ਦੇ ਵਿੱਚ ਵੀ ਸੈਟਅਪ ਕੀਤੀਆਂ, ਦੋ ਤਰ੍ਹਾਂ ਦੀਆਂ ਬਾਲਵਾੜੀਆਂ ਸੀ, ਇੱਕ ਕੇਂਦਰ ਬਾਲਵਾੜੀ ਸੀ ਹਨਾ, ਤੇ ਇੱਕ ਸੀਗੀ ਬਾਲ ਆਂਗਨਵਾੜੀ, ਠੀਕ ਹੈ। ਤਾਂ ਜਿਹੜੀ ਬਾਲਵਾੜੀ ਸੀ, ਜਿਹੜੀ ਆਂਗਨ ਹਨਾ, ਤੋਂ ਦੋਨੇ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਨੇ। ਜਿਹੜੀਆਂ ਬਾਲ ਆਂਗਨਵਾੜੀ ਸੀਗੀਆਂ, ਇਹਨਾਂ ਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਜਿਹੜਾ ਟਾਈਮ ਪੀਰੀਅਡ ਆ ਉਹ 1.5 ਘੰਟਾ ਹੋਵੇ, ਤੇ ਬੱਚਿਆਂ ਨੂੰ ਘਰਾਂ ਦੇ ਨੇੜੇ ਹੀ ਬਾਲ ਆਂਗਨਵਾੜੀਆਂ ਸੈਟਅਪ ਕਰਕੇ ਦਿੱਤੀਆਂ ਜਾਣ। ਜਿਹੜੀ ਸੈਂਟਰ ਬਾਲਵਾੜੀਆਂ ਸੀ ਉਹ ਕੀ ਸੀ, ਜਿਹੜੀਆਂ ਕਿ ਜਿੱਥੇ ਸੈਟਅਪ ਹੋਈਆਂ ਸੀ, ਜਿਵੇਂ ਪ੍ਰਾਇਮਰੀ ਸਕੂਲਸ ਹੁੰਦੇ ਨੇ ਉਹਨਾਂ ਦੇ ਨਾਲ ਹੀ ਜੋੜੀਆਂ ਗਈਆਂ, ਜਿੱਥੇ ਬੱਚੇ 5 ਘੰਟੇ ਦੇ ਆਸ-ਪਾਸ ਸਿੱਖਿਆ ਪ੍ਰਾਪਤ ਕਰ ਸਕਦੇ ਸੀ। ਫਿਰ ਇਹਨਾਂ ਨੇ ਕਿਹਾ ਡੋਂਟ ਕੰਟਰੀਬਿਊਟ ਇਨ NBR, ਇੱਥੇ ਗਲਤ ਲਿਖਿਆ ਹੋਇਆ NBSS, ਇਹਨੂੰ ਰਾਈਟ ਕਰ ਲਿਓ, NBSS, ਠੀਕ ਹੈ। SS ਦੇ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ, ਇਹ ਐਕਚੁਅਲੀ ਬੜਾ ਵੱਡਾ ਯੋਗਦਾਨ ਰਿਹਾ। NBSS ਦੀ ਸਥਾਪਨਾ, ਮਤਲਬ ਕਿ ਤੁਸੀਂ ਜਿਹੜਾ ਇੱਥੇ ਆਪਸ਼ਨ ਪੜ੍ਹੀ ਹੈਗੀ ਹੈ ਨੂਤਨ ਬਾਲ ਸਿੱਖਿਆ ਸੰਘ, ਠੀਕ ਹੈ, ਪੂਰਾ ਨਾਮ ਕੀ ਹੈ, ਨੂਤਨ ਬਾਲ ਸਿੱਖਿਆ ਸੰਘ, NBSS ਦੀ ਸਥਾਪਨਾ ਹੀ ਗੀਜੂਬਾਈ ਤੇ ਤਾਰਾਬਾਈ ਦੋਨਾਂ ਨੇ ਕੀਤੀ ਸੀ। ਫਿਰ ਤਾਰਾਬਾਈ ਕਾਫੀ ਟਾਈਮ ਇਹਦੇ ਸੈਕਟਰੀ ਵੀ ਰਹੇ ਆ NBSS ਦੇ, ਤੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ। ਤਾਂ ਇਸ ਕਰਕੇ ਅਸੀਂ ਇਹ ਨਹੀਂ ਆਖ ਸਕਦੇ ਕਿ ਇਹਨਾਂ ਦਾ ਐਜੂਕੇਸ਼ਨ ਦੇ ਵਿੱਚ, ਜਾਂ ਅਸੀਂ ਕਹੀਏ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤੇ NBSS ਦੇ ਵਿੱਚ ਕੋਈ ਯੋਗਦਾਨ ਨਹੀਂ ਸੀ। ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈਗਾ ਜਿਹੜਾ ਨੂਤਨ ਬਾਲ ਸਿੱਖਿਆ ਸੰਘ ਦੇ ਨਾਲ ਜੋੜਿਆ ਜਾਂਦਾ ਹੈ, ਠੀਕ ਹੈ ਜੀ। ਦੈਨ ਆਪਣੇ ਕੋਲ ਜਨਮ ਤੋਂ ਲੈ ਕੇ 7 ਸਾਲ ਨੂੰ ਐਨੀ ਬੈਸੈਂਟ ਨੇ
किस आधारित किया? एनी बसंत ने आ जिहड़ा जन्म तो लैके 7 साल नूं फिजिकल आधारित मन्निया ते टोटल जिहड़ा जन्म तो लैके 7 साल नूं उन्होंने 2 हिस्सिਆਂ ਦੇ ਵਿੱਚ किया। उन्होंने कहा कि ਜਿਹੜੇ ਪਹਿਲੇ 5 ਸਾਲ ਨੇ ਉਹ ਬੱਚਾ ਹੋਮ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਦਾ, ਫਿਰ 6ਵੇਂ ਤੇ 7ਵੇਂ ਸਾਲ ਦੇ ਵਿੱਚ ਕਿੱਥੋਂ ਸਿੱਖਿਆ ਪ੍ਰਾਪਤ ਕਰਦਾ ਹੈਗਾ? ਪ੍ਰਾਇਮਰੀ ਸਕੂਲਾਂ ਦੇ ਵਿੱਚੋਂ। ਠੀਕ ਹੈ, ਦੈਨ ਹੈਗਾ ਵਿਚ ਇਜ਼ ਨॉट ਰਾਈਟ ਅਬਾਊਟ ਕਮੇਨੀਅਸ। ਕਮੇਨੀਅਸ ਨੇ ਜਿਹੜੇ ਬੜਾ ਹੀ ਇੰਪੋਰਟੈਂਟ ਨਾਮ ਆ, ਕਿਉਂਕਿ ਇਹਨਾਂ ਨੂੰ ਫਾਦਰ ਮੰਨਿਆ ਜਾਂਦਾ ਹੈਗਾ ਮਾਡਰਨ ਹਿਸਟਰੀ ਦੇ। ਠੀਕ ਹੈ, ਨਾਲ ਹੀ ਇਹਨਾਂ ਨੇ ਇੱਕ ਪਿਕਚਰ ਬੁੱਕ ਕ੍ਰੀਏਟ ਕੀਤੀ ਸੀ ਬੱਚਿਆਂ ਲਈ, ਪਹਿਲੀ ਪਿਕਚਰ ਬੁੱਕ ਮੰਨੀ ਜਾਂਦੀ ਹੈ। ਤੇ ਦੈਨ ਇਹਨਾਂ ਨੇ ਇੱਕ ਬੁੱਕ ਲਿਖੀ ਗ੍ਰੇਟ ਡਾਇਡੈਕਟ, ਜਿਹਦੇ ਆਧਾਰ ਦੇ ਉੱਪਰ ਹੀ ਸਾਨੂੰ ਕਾਫੀ ਸਾਰੇ ਮੈਥਡਸ, ਥਿਊਰੀਆਂ ਤੇ ਜਿਹੜਾ ਪੂਰਾ ਸਿਸਟਮ ਹੈਗਾ ਐਜੂਕੇਸ਼ਨ ਦਾ ਉਹਦੇ ਬਾਰੇ ਪਤਾ ਲੱਗਦਾ। ਜਿਹੜਾ ਇਹਨਾਂ ਦੇ ਬਾਰੇ ਸਹੀ ਨਹੀਂ ਉਹ ਇਹ ਆ ਕਿ ਇਹਦੇ ਚ ਲਿਖਿਆ ਗਿਆ ਕਿ ਇਹਨਾਂ ਨੇ ਨੇਟਿਵ ਭਾਸ਼ਾ ਨੂੰ ਇਗਨੋਰ ਕੀਤਾ, ਬਿਲਕੁਲ ਨਹੀਂ। ਕਮਿਊਨਿਸਟ ਨੇ ਇਹ ਆਖਿਆ ਸੀਗਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੀ ਪ੍ਰਾਇਮਰੀ ਲੈਵਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਹੋਮ ਲੈਂਗੁਏਜ, ਸਥਾਨਕ ਭਾਸ਼ਾ, ਮਾਤ ਭਾਸ਼ਾ ਦੇ ਰਾਹੀਂ ਹੀ ਸਿਖਾਇਆ ਜਾਵੇ। ਬੱਚੇ ਵਧੇਰੇ ਸਿੱਖਦੇ ਨੇ, ਇਹਨਾਂ ਨੇ ਸੈਂਸਿਸ ਦੇ ਰਾਹੀਂ ਸਿੱਖਣ ਦੇ ਉੱਪਰ ਵੀ ਜ਼ੋਰ ਦਿੱਤਾ। ਦੈਨ ਹੈ ਆਪਣੇ ਕੋਲ ਕਰਿਕੂਲਮ ਅਕੋਰਡਿੰਗ ਟੂ ਮਨਟੈਂਸਰੀ। ਮੈਡਮ ਮਨਟੈਂਸਰੀ ਦੇ ਅਕੋਰਡਿੰਗ ਕਰਿਕੂਲਮ ਕਿਵੇਂ ਦਾ ਸੀਗਾ? ਤਾਂ ਮੈਡਮ ਮਨਟੈਂਸਰੀ ਦਾ ਕਰਿਕੂਲਮ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ। ਮੈਡਮ ਮਨਟੈਂਸਰੀ ਨੇ ਕੀ ਆਖਿਆ ਕਿ ਪ੍ਰੈਕਟੀਕਲ ਲਾਈਫ ਏਰੀਆ ਹੋਵੇ, ਮਤਲਬ ਕਿਵੇਂ ਦਾ ਏਰੀਆ ਪ੍ਰਦਾਨ ਕੀਤਾ ਜਾਵੇ ਜਿਹਦੇ ਚ ਬੱਚਿਆਂ ਨੂੰ ਆਪਦੀ ਕੇਅਰ ਕਰਨਾ, ਮਤਲਬ ਇਹਦੇ ਚ ਵੀ 4 ਏਰੀਆ ਸੀ ਅੱਗੋਂ। ਆਪਣੀ ਕੇਅਰ ਕਰਨਾ, ਸੈਲਫ ਦੀ, ਜਿਵੇਂ ਬਰਸ਼ਿੰਗ ਹੋ ਗਿਆ, ਬਾਥਿੰਗ ਹੋ ਗਿਆ, ਫਿਰ ਇਨਵਾਇਰਨਮੈਂਟ ਦੀ ਕੇਅਰ ਕਰਨਾ, ਵਾਤਾਵਰਨ ਦੇ ਵਿੱਚ ਗੰਦਗੀ ਨਹੀਂ ਪਾਉਣੀ, ਹਨਾ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਚ ਬੱਚੇ ਨੂੰ ਸਿਖਾਉਣਾ। ਫਿਰ ਕਰਟਸੀ ਸਿਖਾਉਣੀ, ਨਿਮਰਤਾ, ਗ੍ਰੇਸ ਸਿਖਾਉਣੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਸਿਖਾਈਆਂ ਜਾਣਗੀਆਂ। ਪ੍ਰੈਕਟੀਕਲ ਲਾਈਫ ਏਰੀਆ ਇਸ ਤਰੀਕੇ ਦਾ ਕਰਿਕੂਲਮ ਹੋਵੇ। ਫਿਰ ਇਸ ਤਰੀਕੇ ਦਾ ਕਰਿਕੂਲਮ ਹੋਵੇ ਕਿ ਉਹਦੀਆਂ ਸਾਰੀਆਂ ਸੈਂਸਿਸ, ਪੰਜੇ ਗਿਆਨ ਇੰਦਰੀਆਂ, ਅੱਖ, ਕੰਨ, ਨੱਕ, ਸਕਿਨ, ਠੀਕ ਹੈ, ਇਹ ਵਰਕ ਕਰ ਸਕਣ, ਜ਼ਿਆਦਾ ਸਿੱਖ ਸਕਣ। ਭਾਸ਼ਾ ਜਿਹੜੀ ਹੈਗੀ ਉਹ ਪ੍ਰੋਪਰ ਹੋਵੇ ਤੇ ਮੈਥੇਮੈਟਿਕਸ ਵੀ, ਸਧਾਰਨ ਮੈਥੇਮੈਟਿਕਸ, ਸ਼ੇਪਸ ਵਗੈਰਾ ਸ਼ਾਮਲ ਕੀਤੀਆਂ ਜਾਣ। ਠੀਕ ਹੈ, ਇਹਨਾਂ ਨੇ ਭਾਸ਼ਾ ਸਿਖਾਉਣ ਦੇ ਲਈ ਗੱਤੇ ਦੇ ਜਿਵੇਂ ਸਟੈਂਸਲਸ ਹੁੰਦੇ ਨੇ ਜਾਂ ਵੂਡਨ ਸਟੈਂਸਲ ਹੁੰਦੇ ਨੇ, ਉਹਨਾਂ ਨੂੰ ਸ਼ਾਮਲ ਕਰਨ ਦੀ ਗੱਲ ਵੀ ਆਖੀ। ਤਾਂ ਤੇ ਸਾਡੇ ਕੋਲ ਆਨਸਰ ਕੀ ਹੈ? ਆਲ ਆਫ ਅਬਵ। ਇਹਨਾਂ ਨੇ ਇੱਕ ਅੱਛਾ ਕਰਿਕੂਲਮ ਦਿੱਤਾ। ਹੂ ਫੋਲੋ ਮਨਟੈਂਸਰੀ ਆਈਡੀਆ ਇਨ ਇੰਡੀਅਨ ਐਜੂਕੇਸ਼ਨ। ਇੰਡੀਅਨ ਐਜੂਕੇਸ਼ਨ ਦੇ ਵਿੱਚ ਕਿਹਨਾਂ ਨੇ ਮਨਟੈਂਸਰੀ ਆਈਡੀਆ ਨੂੰ ਫੋਲੋ ਕੀਤਾ? ਮਨਟੈਂਸਰੀ ਆਈਡੀਆ ਨੂੰ ਫੋਲੋ ਕਰਨ ਵਾਲੇ ਗੀਜੂਬਾਈ ਬਦੇਕਾ ਵੀ ਸੀਗੇ, ਠੀਕ ਹੈ, ਤੇ ਤਾਰਾਬਾਈ ਮੋਦਕ ਵੀ ਸੀ। ਇਹ ਦੋਨੋਂ ਪਹਿਲੇ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਇੰਡੀਆ ਦੇ ਵਿੱਚ। ਤੇ ਇਹਨਾਂ ਨੇ ਮਨਟੈਂਸਰੀ ਮੈਥਡ ਨੂੰ ਹੀ ਕੰਟੀਨਿਊ ਰੱਖਿਆ, ਪਰ ਇੰਡੀਅਨ ਤਰੀਕੇ ਦੇ ਨਾਲ। ਠੀਕ ਹੈ, ਉਸ ਤੋਂ ਬਾਅਦ ਗਾਂਧੀ ਜੀ, ਰਵਿੰਦਰਨਾਥ ਟੈਗੋਰ, ਇਹ ਵੀ ਆ ਜਿਹੜੇ ਮੇਨ ਹੈਗੇ ਆ ਜਿਹੜੇ ਅਨੁਤਾਈ ਵੀ। ਠੀਕ ਹੈ, ਇੱਕ ਨਵਾਂ ਨਾਮ ਅਨੁਤਾਈ ਵੀ ਮੈਂ ਪਹਿਲਾਂ ਤੁਹਾਨੂੰ ਕਰਵਾਇਆ ਨਹੀਂ ਸੀ, ਇੱਥੇ ਸ਼ਾਇਦ ਐਡ ਕਰ ਲਿਆ ਹੋਵੇ। ਤਾਂ ਇਹ ਕਾਫੀ ਇੰਪੋਰਟੈਂਟ ਨਾਮ ਮੰਨੇ ਜਾਂਦੇ ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਇੰਡੀਆ ਦੇ ਵਿੱਚ ਪ੍ਰਮੋਟ ਕਰਨ ਦੇ ਲਈ। ਦੈਨ ਆਪਣੇ ਕੋਲ when established MHRD। MHRD ਦੀ ਸਥਾਪਨਾ ਕਦੋਂ ਹੁੰਦੀ ਹੈ? ਮਿਨਿਸਟਰੀ ਆਫ ਹਿਊਮਨ ਰਿਸੋਰਸਿਸ ਡਿਵੈਲਪਮੈਂਟ, ਜਿਹਦਾ ਹੁਣ ਨਾਮ ਕੀ ਹੈਗਾ ਆਪਣੇ ਕੋਲ? ਮਿਨਿਸਟਰੀ ਆਫ ਐਜੂਕੇਸ਼ਨ। ਮਿਨਿਸਟਰੀ ਆਫ ਐਜੂਕੇਸ਼ਨ ਨਾਮ ਕਦੋਂ ਪਿਆ? 2020 ਦੇ ਵਿੱਚ। ਪਰ ਜਿਹੜਾ MHRD ਨਾਮ ਸੀਗਾ ਕਦੋਂ ਸਥਾਪਿਤ ਹੋਇਆ ਸੀਗਾ? 1985 ਦੇ ਵਿੱਚ। ਵਟ ਇਜ਼ ਰੋਂਗ ਅਬਾਊਟ ਬਾਲਵਾੜੀ ਪੋਸ਼ਣ ਪ੍ਰੋਗਰਾਮ? ਬਾਲਵਾੜੀ ਪੋਸ਼ਣ ਪ੍ਰੋਗਰਾਮ 1970 ਦੇ ਵਿੱਚ ਸੈਟਅਪ ਹੋਇਆ, ਬਿਲਕੁਲ ਸਹੀ ਆ। ਇਹ ਪ੍ਰੋਗਰਾਮ ਬਿਲਕੁਲ ਠੀਕ ਆ। ਏਜ ਅੰਡਰ ਦਿਸ ਸਕੀਮ 3 ਤੋਂ 5 ਸਾਲ, ਇਹ ਵੀ ਬਿਲਕੁਲ ਠੀਕ ਆ। ਠੀਕ ਹੈ, ਕਿਤੇ ਕਿਤੇ ਤੁਹਾਨੂੰ 3 ਤੋਂ 6 ਸਾਲ ਵੀ ਮਿਲੂਗੀ, ਜੇ ਤੁਹਾਨੂੰ ਆਪਸ਼ਨ ਦੇਖਣੀ ਪਊਗੀ। ਜੇ ਪੇਪਰ ਦੇ ਵਿੱਚ 3 ਤੋਂ 5 ਸਾਲ ਵੀ ਆ ਤੇ 3 ਤੋਂ 6 ਸਾਲ ਵੀ ਆ, ਫਿਰ ਤੁਹਾਡਾ ਆਨਸਰ ਕੀ ਹੋਊਗਾ? 3 ਤੋਂ 5 ਸਾਲ ਹੀ। ਪਰ ਜੇ ਇੱਥੇ 3 ਤੋਂ 5 ਸਾਲ ਹੋਵੇ ਹੀ ਨਾ, ਫਿਰ 3 ਤੋਂ 6 ਸਾਲ ਆ, ਤਾਂ ਤੁਹਾਡਾ ਆਨਸਰ ਕੀ ਹੋਊਗਾ ਇੱਥੇ? 3 ਤੋਂ 6 ਸਾਲ। ਠੀਕ ਹੈ, ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਆ। ਮੇਨ ਕੰਮ ਕੀ ਸੀਗਾ? ਆਂਗਨਵਾੜੀਆਂ ਦੇ ਥਰੂ ਜਿਹੜਾ ਪੋਸ਼ਣ ਆ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਵੇ। ਪਰ ਇੱਥੇ ਜਿਹੜਾ ਸੀ ਇਹ ਵਾਲੀ ਸਟੇਟਮੈਂਟ ਗਲਤ ਹੈ। ਇਟ ਪ੍ਰੋਵਾਈਡ ਪੋਸ਼ਣ 365 ਡੇ, ਨਹੀਂ, ਇਹ ਸਾਰਾ ਸਾਲ ਨਹੀਂ ਸੀ ਪ੍ਰੋਵਾਈਡ ਕਰਦੇ। ਅਸਲ ਦੇ ਵਿੱਚ 270 ਦਿਨ ਜਿਹੜੇ ਟਾਰਗੇਟ ਰੱਖੇ ਗਏ ਸੀ, 270 ਦਿਨ ਬੱਚਿਆਂ ਨੂੰ ਪੋਸ਼ਣ ਇਹਦੇ ਅੰਡਰ ਪ੍ਰਦਾਨ ਕੀਤਾ ਜਾਂਦਾ ਸੀ। ਵਟ ਇਜ਼ ਰਾਈਟ ਅਬਾਊਟ NCPCR? NCPCR ਦੇ ਬਾਰੇ ਚ ਕੀ ਸਹੀ ਆ? ਪਹਿਲਾਂ ਤਾਂ ਕਹਿੰਦੇ NCPCR ਦੀ ਫੁੱਲ ਫਾਰਮ ਕੀ ਹੈਗੀ ਆਪਣੇ ਕੋਲ? ਨੈਸ਼ਨਲ ਕਮਿਸ਼ਨ ਔਨ ਪ੍ਰੋਟੈਕਸ਼ਨ ਆਫ ਚਿਲਡਰਨ ਰਾਈਟ। ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਜਿਹੜੀ ਕਮਿਸ਼ਨ ਸੈਟਅਪ ਹੋਇਆ, ਬੜਾ ਹੀ ਇੰਪੋਰਟੈਂਟ ਕਮਿਸ਼ਨ ਆ। ਠੀਕ ਹੈ, ਪ੍ਰਿਯੰਕਾ ਕਾਨਗੋ ਨੇ ਜਿਹੜੇ ਇਹਦੇ ਚੇਅਰਮੈਨ ਨੇ ਇਸ ਟਾਈਮ, ਪ੍ਰਿਯੰਕਾ ਕਾਨਗੋ। ਅੰਡਰ ਕਿਹੜੀ ਦੇ ਹੈਗੇ ਨੇ ਇਹ? ਮਿਨਿਸਟਰੀ ਆਫ ਚਾਈਲਡ ਐਂਡ ਵੈਲਫੇਅਰ। ਮਿਨਿਸਟਰੀ ਆਫ ਚਾਈਲਡ ਵੈਲਫੇਅਰ, ਵੂਮਨ ਐਂਡ ਚਾਈਲਡ ਵੈਲਫੇਅਰ ਦੇ ਅੰਡਰ ਨੇ। ਜਿਹੜੇ ਸਾਡੇ ਮਿਨਿਸਟਰ ਨੇ ਵਿਮਨ ਐਂਡ ਚਾਈਲਡ ਵੈਲਫੇਅਰ, ਉਹ ਕੌਣ ਨੇ? ਸੈਂਟਰ ਦੇ ਵਿੱਚ ਸਮ੍ਰਿਤੀ ਇਰਾਨੀ। ਠੀਕ ਹੈ, ਪੰਜਾਬ ਦੇ ਵਿੱਚ ਇਹ ਮਿਨਿਸਟਰ ਕੌਣ ਹੈ? ਅਰੁਣਾ ਚੌਧਰੀ। ਠੀਕ ਹੈ, ਇਹ ਜਿਹੜਾ ਸੈਟਅਪ ਹੋਇਆ ਸੀ NCPCR, ਉਹ ਕਦੋਂ ਹੋਇਆ? 2007 ਦੇ ਵਿੱਚ। ਤਾਂ ਸਾਡੇ ਕੋਲ ਇੱਥੇ ਆਨਸਰ ਹੈ ਆਲ ਆਫ ਅਬਵ। ਐਕਚੁਅਲ ਦੇ ਵਿੱਚ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ ਬਣਿਆ 2005 ਦੇ ਵਿੱਚ, ਤੇ ਉਹਦੇ ਅੰਡਰ ਹੀ 2007 ਦੇ ਵਿੱਚ NCPCR ਦੀ ਸਥਾਪਨਾ ਕੀਤੀ ਗਈ। ਦੈਨ ਆਪਣੇ ਕੋਲ ਕੁਐਸਚਨ ਹੈ
ICDS ਇਨਵੋਲਵਡ। ਸਭ ਤੋਂ ਪਹਿਲਾਂ ਤਾਂ ICDS ਕੀ ਹੈਗਾ ਜੀ ਆਪਣੇ ਕੋਲ, ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮ। ਬੜੀ ਹੀ ਇੰਪੋਰਟੈਂਟ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਦੋ ਨਾਮ ਇੰਨੇ ਇੰਪੋਰਟੈਂਟ ਨੇ, ਇੱਕ ਤਾਂ ECCE, ਠੀਕ ਹੈ, ਇੱਕ ICDS, ਕਿਉਂਕਿ ਜਿਹੜੀ ECC ਹੈਗੀ ਆ ਉਹਨੂੰ ਅਸਲੀ ਅਰਥਾਂ ਦੇ ਵਿੱਚ ਲਾਗੂ ਕਰਨ ਦੇ ਲਈ ਜਿਹੜੀਆਂ ਸਕੀਮਸ ਨੇ, ਇੱਕ ਬਹੁਤ ਵੱਡੀ ਸਕੀਮ ਉਹ ਕਿਹੜੀ ਹੈਗੀ ਆ, ICDS, ਠੀਕ ਹੈ। 1975 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ, 1975 ਦੇ ਵਿੱਚ ਸਥਾਪਨਾ ਕੀਤੀ ਗਈ ਆ 2 ਅਕਤੂਬਰ ਨੂੰ। ਇਹਦੇ ਅੰਡਰ ਜਿਹੜੇ ਪ੍ਰੋਗਰਾਮ ਸ਼ਾਮਲ ਨੇ ਉਹ ਕਿਹੜੇ ਹੈਗੇ ਆ, ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ SNP, ਠੀਕ ਹੈ, ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ। ਇਹ ਤੁਹਾਨੂੰ ਕਰਵਾਇਆ ਹੋਇਆ ਹੈ ਨਾ ਡੀ ਪਾਰਟ ਜੋ YouTube ਦੇ ਉੱਪਰ ਅਪਲੋਡ ਆ, ਉਹਦੇ ਵਿੱਚ ਵੀ ਤੁਸੀਂ ਕੀਤਾ ਹੋਇਆ, ਜਿਹੜੇ ਬੱਚੇ ਫ੍ਰੀ ਆਫ ਕਾਸਟ ਇੱਥੇ ਦੇਖ ਰਹੇ ਨੇ। ਤਾਂ SNP, ਠੀਕ ਹੈ, ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਇਹਦਾ ਹਿੱਸਾ, ਬਿਲਕੁਲ ਠੀਕ ਹੈ। ICDS ਟ੍ਰੇਨਿੰਗ ਪ੍ਰੋਗਰਾਮ, ਇਹਨੇ ਟ੍ਰੇਨਿੰਗ ਪ੍ਰੋਗਰਾਮ ਵੀ ਲਾਏ ਹੋਏ ਆਂਗਨਵਾੜੀ, ਕਿਉਂਕਿ ਆਂਗਨਵਾੜੀਆਂ ਦੇ ਨਾਲ ਮਿਲ ਕੇ, ਜਾਂ ਅਸੀਂ ਪੰਜਾਬ ਦੇ ਵਿੱਚ ਜਾਂ ਗੱਲ ਕਰਦੇ ਹਾਂ ਤਾਂ SSA ਦੇ ਨਾਲ ਮਿਲ ਕੇ ਵਰਕ ਕਰਦੀ ਆ ICDS। ਤਾਂ ਇਹ ਆਂਗਨਵਾੜੀ ਸੈਂਟਰਾਂ ਦੇ ਲਈ, ਆਂਗਨਵਾੜੀ ਟ੍ਰੇਨਿੰਗ ਦੇ ਲਈ ਕਾਫੀ ਐਫਰਟਸ ਕਰਦੀ ਹੈ। ਤੇ ਇਹਦੇ ਅੰਦਰ ਉਦੀਸ਼ਾ ਪ੍ਰੋਗਰਾਮ ਚਲਾਇਆ ਗਿਆ ਸੀ, ਕਾਦੇ ਲਈ, ਉਹਨਾਂ ਟੀਚਰਸ ਨੂੰ ਟ੍ਰੇਨਿੰਗ ਦੇਣ ਦੇ ਲਈ। ਦੈਨ ਆਂਗਨਵਾੜੀ ਕਾਰਿਆਕਰਤੀ ਬੀਮਾ ਯੋਜਨਾ ਵੀ ਇਹਦੇ ਅੰਡਰ ਸ਼ੁਰੂ ਕੀਤੀ ਗਈ, ਕਿੰਨਾਂ ਦੇ ਲਈ, ਜਿਹੜੇ ਆਂਗਨਵਾੜੀ ਵਰਕਰ ਸੀ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ, ਠੀਕ ਹੈ ਜੀ। ਤਾਂ ਬੜਾ ਹੀ ਇੰਪੋਰਟੈਂਟ ਆ। ਦੈਨ ਹੈਗਾ ਵੈਨ NCERT ਸਟੈਬਲਿਸ਼। NCERT ਦੀ ਸਥਾਪਨਾ ਕਦੋਂ ਹੋਈ ਸੀਗੀ, 1961 ਦੇ ਵਿੱਚ। ਕਦੋਂ ਹੋਈ ਸੀ, ਕਿੱਥੇ ਹੋਈ ਸੀ, ਨਿਊ ਦਿੱਲੀ ਦੇ ਵਿੱਚ। ਇੱਥੇ ਹੀ ਕੁਐਸਚਨ ਪੁੱਛਿਆ ਸੀ ਬੱਚੇ ਨੇ, SCRT ਕਿਹੜੀ ਹੈਗੀ ਆ, ਸਟੇਟ ਕਾਉਂਸਲ ਫॉर ਰਿਸਰਚ ਆਰਗੇਨਾਈਜੇਸ਼ਨ, ਪੰਜਾਬ ਦੇ ਵਿੱਚ ਵੀ ਆ ਨਾ ਇਹ। ਅਸਲ ਦੇ ਵਿੱਚ SRT ਕੀ ਆ, ਜਿਹੜੀ NCERT ਆ ਉਹਦੇ ਅੰਡਰ ਹੀ, NCERT ਕੀ ਆ, ਪੂਰਾ ਸੈਂਟਰ ਲੈਵਲ ਦੇ ਉੱਪਰ ਕੰਮ ਕਰਦੀ ਆ, ਤੇ NCERT ਦੇ ਅੰਡਰ ਹੀ SCRT ਸੈਟਅਪ ਕੀਤੀਆਂ ਗਈਆਂ, ਜਿਹੜੀਆਂ ਕਿ ਸਟੇਟਾਂ ਦੇ ਵਿੱਚ ਕੰਮ ਕਰਦੀਆਂ ਨੇ। ਤੇ SCRT ਜਿਹੜੀ ਹੈਗੀ ਆ ਇਹ 1988 ਦੇ ਵਿੱਚ ਸਥਾਪਿਤ ਕੀਤੀ ਗਈ ਸੀ। 1988 ਦੇ ਵਿੱਚ ਕਿੱਥੇ ਸਥਾਪਿਤ ਕੀਤੀ ਗਈ ਸੀ ਜੀ, ਨਿਊ ਦਿੱਲੀ ਦੇ ਵਿੱਚ। ਇਹ ਵੀ ਅਸਲ ਦੇ ਵਿੱਚ ਜਿਹੜੀ 1986 ਦੀ ਪਾਲਿਸੀ ਸੀ, ਐਜੂਕੇਸ਼ਨ ਪਾਲਿਸੀ, ਉਹਦੇ 'ਚ ਇਹ ਆਖਿਆ ਗਿਆ ਕਿ NCERT ਤਾਂ ਚਲੋ ਪੈਨ ਲੈਵਲ ਦੇ ਉੱਪਰ ਕੰਮ ਕਰ ਹੀ ਰਹੀ ਆ, ਸਟੇਟਾਂ ਜਿਹੜੀਆਂ ਹੈਗੀਆਂ ਅੱਛੀ ਤਰ੍ਹਾਂ ਕੰਮ ਕਰਨ, ਉਹਨਾਂ ਦੀ ਨਿਗਰਾਨੀ ਦੇ ਲਈ ਸਟੇਟਾਂ ਦੇ ਵਿੱਚ ਵੀ SCRT ਸੈਟਅਪ ਕੀਤੇ ਜਾਣ, ਜਿਹਦੇ ਕਰਕੇ 1986 ਦੀ ਪਾਲਿਸੀ ਦੇ ਅੰਡਰ 1988 ਦੇ ਵਿੱਚ SCRT ਦੀ ਸਥਾਪਨਾ ਹੋਈ ਹੈ। ਦੈਨ ਹੈਗਾ ਹੂ ਇਨਵੋਲਵਡ ਦਾ ਚਾਈਲਡ ਕੇਅਰ। ਚਾਈਲਡ ਕੇਅਰ ਦੇ ਵਿੱਚ ਮਤਲਬ ECC ਦੇ ਵਿੱਚ ਕੀ ਸ਼ਾਮਲ ਆ, ਨਿਊਟ੍ਰੀਸ਼ਨ ਵੀ ਆ ਹਨਾ, ਪੋਸ਼ਣ ਦੇਣਾ ਬੱਚਿਆਂ ਨੂੰ, ਹੈਲਥ, ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ, ਇਮਿਊਨਾਈਜੇਸ਼ਨ, ਟੀਕਾਕਰਨ, ਤੇ ਨਾਲ ਹੀ ਸਿੱਖਿਆ ਵੀ ਸ਼ਾਮਲ ਆ। ਤਾਂ ਸਾਡੇ ਕੋਲ ਇੱਥੇ ਆਨਸਰ ਕੀ ਹੈ, D। ਵਟ ਇਜ਼ ਰਾਈਟ ਅਬਾਊਟ ਰਾਜੀਵ ਗਾਂਧੀ ਕਰੈਚੇ ਪ੍ਰੋਗਰਾਮ। ਰਾਜੀਵ ਗਾਂਧੀ ਕਰੈਚੇ ਪ੍ਰੋਗਰਾਮ ਦੇ ਬਾਰੇ ਚ ਕੀ ਸਹੀ ਆ, ਮਤਲਬ ਬਾਕੀ 3 ਸਟੇਟਮੈਂਟਾਂ ਇੱਥੇ ਗਲਤ ਨੇ। ਨਾਓ ਨੋਨ ਐਜ਼ ਬਾਲਵਾੜੀ ਪ੍ਰੋਗਰਾਮ, नो बिल्कुल नहीं। बालवाड़ी प्रोग्राम, पोषण प्रोग्राम एक अलग प्रोग्राम आ, पर राजीव गांधी करैचे प्रोग्राम ਨੂੰ ਹੁਣ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈਗਾ, ਨੈਸ਼ਨਲ ਕਰੈਚੇ ਪ੍ਰੋਗਰਾਮ, ਠੀਕ ਹੈ। ਨੈਸ਼ਨਲ ਕਰੈਚੇ ਪ੍ਰੋਗਰਾਮ ਆ ਹੁਣ ਇਸ ਪ੍ਰੋਗਰਾਮ ਦਾ ਨਾਮ ਇਸ ਟਾਈਮ ਕੀ ਹੈ, ਨੈਸ਼ਨਲ ਕਰੈਚੇ ਪ੍ਰੋਗਰਾਮ। ਚਾਈਲਡ ਕੇਅਰ ਟਾਈਮ ਇੱਥੇ 8 ਘੰਟੇ ਦਾ ਬਿਲਕੁਲ ਗਲਤ ਆ, ਇੱਥੇ ਟਾਈਮ ਪੀਰੀਅਡ ਕਿੰਨਾ ਹੈਗਾ, 7.5 ਘੰਟੇ ਬੱਚੇ ਨੂੰ ਸੰਭਾਲਿਆ ਜਾਂਦਾ। ਏਜ ਬੱਚੇ ਦੀ ਜਿਹੜੀ ਇਹਦੇ ਸ਼ਾਮਲ ਕੀਤੀ ਗਈ ਉਹ 6 ਮੰਥ ਤੋਂ ਲੈ ਕੇ 6 ਸਾਲ, ਇਹ ਬਿਲਕੁਲ ਠੀਕ ਹੈ, ਇਹ ਵੀ ਮੈਂ ਤੁਹਾਨੂੰ ਕਲੀਅਰ ਕਰਦੀ ਹਾਂ। ਦੈਨ ਆਪਣੇ ਕੋਲ ਇਹਦੇ ਚ ਹੈਗਾ 35 ਬੱਚੇ, ਇਹ ਵੀ ਬਿਲਕੁਲ ਗਲਤ ਹੈ। ਇਹ ਚ 35 ਬੱਚੇ ਨਹੀਂ, ਸਿਰਫ 25 ਬੱਚੇ ਹੀ, ਵੱਧ ਤੋਂ ਵੱਧ ਇੱਕ ਕਲਾਸ ਦੇ ਵਿੱਚ 25 ਬੱਚੇ ਹੋ ਸਕਦੇ ਆ ਇਸ ਪ੍ਰੋਗਰਾਮ ਦੇ ਅੰਡਰ। ਇੱਥੇ ਨਾ ਤੁਹਾਨੂੰ ਸਟੇਟਮੈਂਟ ਦਿੱਤੀ ਹੋਈ ਆ 6 ਮੰਥ ਤੋਂ ਲੈ ਕੇ 6 ਮਹੀਨੇ, ਇਹਨੂੰ ਵੀ ਧਿਆਨ ਦੇ ਵਿੱਚ ਰੱਖਿਓ। ਜੇ ਤਾਂ ਤੁਹਾਨੂੰ ਆਪਸ਼ਨ ਦੇ ਵਿੱਚ ਮਤਲਬ ਇਹ ਪੁੱਛ ਲੈਣ ਕਿ ਰਾਜੀਵ ਗਾਂਧੀ ਕਰੈਚੇ ਪ੍ਰੋਗਰਾਮ ਦੇ ਅੰਡਰ ਕਿਹੜੀ ਉਮਰ ਰੱਖੀ ਗਈ ਆ, ਤੁਹਾਡੇ ਕੋਲ 3 ਆਪਸ਼ਨਾਂ ਹੋਣ, 0 ਤੋਂ ਲੈ ਕੇ 6 ਸਾਲ, ਠੀਕ ਹੈ, ਜਾਂ 6 ਮੰਥ ਤੋਂ ਲੈ ਕੇ 6 ਈਅਰ, ਦੋਨੋਂ ਦਿੱਤੇ ਹੋਣ, ਤਾਂ ਤੁਹਾਡਾ ਇੱਥੇ ਰਾਈਟ ਆਨਸਰ ਬਣੂਗਾ 6 ਮਹੀਨਿਆਂ ਤੋਂ ਲੈ ਕੇ 6 ਸਾਲ, ਕਿਉਂਕਿ ਅਫੀਸ਼ੀਅਲ ਡਾਕੂਮੈਂਟ ਦੇ ਵਿੱਚ 6 ਮਹੀਨੇ ਤੋਂ ਲੈ ਕੇ 6 ਸਾਲ ਆ। ਬਟ ਬਾਈ ਚਾਂਸ 6 ਮਹੀਨੇ ਦਾ ਟਾਈਮ ਦਿੱਤਾ ਹੀ ਨਾ ਹੋਵੇ, ਤੁਹਾਡੇ ਕੋਲ ਆਪਸ਼ਨ ਹੋਵੇ ਬਰਥ ਤੋਂ ਲੈ ਕੇ 6 ਸਾਲ ਜਾਂ 0 ਤੋਂ ਲੈ ਕੇ 6 ਸਾਲ, ਤਾਂ ਤੁਹਾਡਾ ਆਨਸਰ 0 ਤੋਂ ਲੈ ਕੇ 6 ਸਾਲ ਵੀ ਸਹੀ ਹੋਊਗਾ, ਬਰਥ ਤੋਂ ਲੈ ਕੇ 6 ਸਾਲ ਵੀ ਸਹੀ ਹੋਊਗਾ, ਠੀਕ ਹੈ ਜੀ। ਇਹਨਾਂ ਨੂੰ ਥੋੜੇ ਨਾ ਕਨਫਿਊਜ਼ਿੰਗ ਕੁਐਸਚਨਸ ਹੁੰਦੇ ਆ, ਤਾਂ ਇਹਨਾਂ ਨੂੰ ਨਾਲ ਦੀ ਨਾਲ ਇਸੇ ਕਰਕੇ ਮੈਂ ਪਾਉਣੀ ਆ, ਤਾਂ ਕਿ ਬਾਈ ਚਾਂਸ ਕੁਛ ਐਵੇਂ ਦੀ ਕੋਈ ਚੀਜ਼ ਹੁੰਦੀ ਆ ਤਾਂ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਦਾ ਕੋਈ ਡਾਊਟੇਬਲ ਕੁਐਸਚਨ ਨਿਕਲਦਾ ਤਾਂ ਫਿਰ ਤੁਹਾਡੇ ਲਈ ਉਹ ਹੈਲਪਫੁਲ ਹੋ ਜੇ, ਠੀਕ ਹੈ ਜੀ। ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਮੈਂ ਜੋ ਤੁਹਾਨੂੰ ਪ੍ਰੋਵਾਈਡ ਕਰਾਂ ਉਹ ਵੈਲਿਡ ਹੋਵੇ। ਸਾਡੀ ਮਿਹਨਤ ਹਨਾ, ਤੁਸੀਂ ਵੀ ਮਿਹਨਤ ਕਰ ਰਹੇ ਹੋ, ਅਸੀਂ ਵੀ ਕਰ ਰਹੇ ਹਾਂ, ਤਾਂ ਦੋਨਾਂ ਦੀ ਜਿਹੜੀ ਹੈਗੀ ਐਫਰਟ ਉਹ ਸਕਸੈਸਫੁਲ ਹੋਵੇ। ਦੈਨ ਹੈ ਆਪਣੇ ਕੋਲ ਨੈਕਸਟ ਕੁਐਸਚਨ, ਦਾ ਟੀਚਿੰਗ ਇਜ਼ ਟ੍ਰਾਈਪ ਤਿੰਨੋਂ ਬਿਲਕੁਲ ਰਾਈਟ ਨੇ। ਦੈਨ ਹੈਗਾ
ਚਾਈਲਡ ਆਫ 3 ਤੋਂ 6 ਸਾਲ ਮਤਲਬ 3 to 6 ਈਅਰ ਲਰਨ ਥਰੂ 3 ਤੋਂ 6 ਸਾਲ ਦਾ ਬੱਚਾ ਵਧੇਰੇ ਕਾਦੇ ਰਾਹੀਂ ਸਿੱਖਦਾ ਐਕਟੀਵਿਟੀਜ਼ ਦੇ ਰਾਹੀਂ ਗਿਆਨ ਇੰਦਰੀਆਂ ਦੇ ਰਾਹੀਂ ਖੇਡ ਦੇ ਰਾਹੀਂ ਗਿਆਨ ਇੰਦਰੀਆਂ ਕੀ ਹੁੰਦੀਆਂ ਤੁਹਾਡੀਆਂ 5 ਸੈਂਸਿਸ ਹਨਾ ਤਾਂ ਕਹਿੰਦੇ ਕਿੰਨਾ ਦੇ ਰਾਹੀਂ ਸਿੱਖਦਾ ਇਹਨਾਂ ਦੇ ਰਾਹੀਂ ਅਗਲੀਆਂ ਸਟੇਟਮੈਂਟ ਆਪਣੇ ਕੋਲ ਨਕਲ ਦੇ ਰਾਹੀਂ ਸਿੱਖਦਾ ਪਲੇ ਦੇ ਰਾਹੀਂ ਸਿੱਖਦਾ ਬਿਲਕੁਲ ਠੀਕ ਹੈ ਨਾ ਜੇ ਆਪਾਂ ਦੇਖੀਏ ਵੀ ਤਾਂ ਕੀ ਆ ਆਪਣੇ ਕੋਲ ਐਕਟੀਵਿਟੀ ਆ ਬਿਲਕੁਲ ਠੀਕ ਆ ਸੈਂਸ ਵੀ ਬਿਲਕੁਲ ਠੀਕ ਆ ਪਲੇ ਵੀ ਬਿਲਕੁਲ ਠੀਕ ਆ ਨਾ ਪਰ ਆਪਾਂ ਅਗਲੀਆਂ ਵੀ ਸਟੇਟਮੈਂਟ ਚੈੱਕ ਕਰਦੇ ਆ ਇਮੀਟੇਸ਼ਨ ਬਿਲਕੁਲ ਸਹੀ ਹੈ ਇਮੀਟੇਸ਼ਨ ਦੇ ਰਾਹੀਂ ਵੀ ਬੱਚਾ ਸਿੱਖਦਾ ਬਚਪਨ ਦੇ ਵਿੱਚ ਖੇਡ ਦੇ ਰਾਹੀਂ ਵੀ ਸਿੱਖਦਾ ਬਟ ਉਹ ਲੈਕਚਰ ਮੈਥਡ ਦੇ ਰਾਹੀਂ ਨਹੀਂ ਸਿੱਖਦਾ ਠੀਕ ਹੈ ਜਿੱਥੇ ਤੁਹਾਡੇ ਕੋਲ ਲੈਕਚਰ ਮੈਥਡ ਆ ਗਿਆ ਉਹ ਬਿਲਕੁਲ ਗਲਤ ਆ ਤੇ ਸਾਡੇ ਕੋਲ ਇੱਥੇ ਆਨਸਰ ਕੀ ਹੋਊਗਾ ਏ ਠੀਕ ਹੈ ਬੱਚਾ 3 ਤੋਂ 6 ਸਾਲ ਦਾ ਬੱਚਾ ਵਧੇਰੇ ਐਕਟੀਵਿਟੀਜ਼ ਦੇ ਰਾਹੀਂ ਗਿਆਨ ਇੰਦਰੀਆਂ ਦੇ ਰਾਹੀਂ ਤੇ ਪਲੇ ਦੇ ਰਾਹੀਂ ਸਿੱਖੂਗਾ children learn best when they are ਬੱਚਾ ਅੱਛਾ ਕਦੋਂ ਸਿੱਖਦਾ ਵਧੇਰੇ ਕਦੋਂ ਸਿੱਖਦਾ ਜਦੋਂ able to listen to a knowledgeable teacher ਜਦੋਂ ਇੱਕ ਗਿਆਨਵਾਨ ਅਧਿਆਪਕ ਨੂੰ ਸੁਣਦਾ ਹੈ ਤਾਂ ਲੈਕਚਰ ਮੈਥਡ ਹੀ ਹੋ ਗਿਆ ਨਾ ਟੀਚਰ ਬੋਲ ਰਿਹਾ ਬੱਚਾ ਸੁਣ ਰਿਹਾ ਉਹਦੇ ਚੋਂ ਪ੍ਰੋਪਰ ਨਹੀਂ ਅੱਛਾ ਇਹ ਜਿਹੜੀ ਸਟੇਟਮੈਂਟ ਹੈ ਇਹ ਅਗੇਨ ਧਿਆਨ ਚ ਰੱਖਿਓ 6 ਸਾਲ ਤੋਂ ਨੀਚੇ ਦੇ ਬੱਚੇ ਲਈ ਤੁਹਾਨੂੰ ਜੋ ਕੁਝ ਵੀ ਹੈ 6 ਸਾਲ ਤੋਂ ਨੀਚੇ ਦੇ ਬੱਚੇ ਲਈ ਆ ਤਾਂ ਤੁਸੀਂ ਇਹ ਨਹੀਂ ਆ ਕਿ ਬਾਕੀ ਸਟੇਟਮੈਂਟਾਂ ਗਲਤ ਨੇ ਬਾਕੀ ਵੀ ਸਹੀ ਨੇ ਬਟ ਤੁਸੀਂ 6 ਸਾਲ ਦੇ ਬੱਚੇ ਨੂੰ ਧਿਆਨ ਦੇ ਵਿੱਚ ਰੱਖ ਕੇ ਕਰੋਗੇ ਠੀਕ ਹੈ ਦੈਨ ਹੈਗਾ themselves try to read and write ਠੀਕ ਹੈ ਜਦੋਂ ਵਾਚਨ ਤੇ ਲਿਖਣ ਦੀ ਕੋਸ਼ਿਸ਼ ਕਰਦਾ ਕਹਿੰਦੇ ਬੱਚਾ ਉਦੋਂ ਵਧੇਰੇ ਸਿੱਖਦਾ ਸਾਰੀਆਂ ਸਹੀ ਨੇ ਪਰ ਇੱਕ ਪਰਫੈਕਟ ਆ ਜ਼ਿਆਦਾ ਸਹੀ ਆ ਠੀਕ ਹੈ ਉਹ ਕਿਹੜੀ ਆ being taught by own peers and classmates ਜਦੋਂ ਕਹਿੰਦੇ ਉਹਨੂੰ ਉਹਦੇ ਪੀਅਰ ਗਰੁੱਪ ਮਤਲਬ ਸਾਥੀ ਸਿਖਾਉਂਦੇ ਆ ਤੇ ਉਹਦੇ ਕਲਾਸਮੇਟ ਸਿਖਾਉਂਦੇ ਆ ਉਦੋਂ ਵਧੇਰੇ ਸਿੱਖਦਾ ਜਾਂ learn in small groups ਇਹ ਆਪਾਂ ਬਹੁਤ ਵਾਰ ਕਰ ਚੁੱਕੇ ਆ ਨਾ ਜਦੋਂ ਵੀ ਪ੍ਰੀ ਪ੍ਰਾਇਮਰੀ ਕਰਿਕੂਲਮ ਦੀ ਗੱਲ ਹੁੰਦੀ ਆ ਤਾਂ ਉੱਥੇ ਗਰੁੱਪਾਂ ਦੀ ਗੱਲ ਕਾਮਨ ਹੁੰਦੀ ਆ ਹਨਾ ਪਰ ਇੱਥੇ ਨਾ ਦੇਖੋ ਫਿਰ ਜੇ ਅਸੀਂ ਗਰੁੱਪ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਅਸੀਂ ਗਰੁੱਪਿੰਗ ਤਾਂ ਪੀਅਰਸ ਦੇ ਨਾਲ ਹੀ ਕਰਦੇ ਆ ਫਿਰ ਤਾਂ ਸਾਡੀ ਆ ਸਟੇਟਮੈਂਟ ਵੀ ਸਹੀ ਹੋਣੀ ਚਾਹੀਦੀ ਸੀ ਪਰ ਜਿਹੜੀ ਸਾਡੀ ਸਹੀ ਸਟੇਟਮੈਂਟ ਉਹ ਇਹ ਆ ਕਿਉਂਕਿ ਇੱਥੇ ਇਹ ਲਿਖਿਆ ਹੋਇਆ ਬਾਈ ਐਨ ਅਡਲਟ ਮਤਲਬ ਕੀ ਇੱਥੇ ਟੀਚਰ ਜਦੋਂ ਇੱਕ ਬੱਚਾ ਛੋਟੇ ਗਰੁੱਪਾਂ ਦੇ ਵਿੱਚ ਪੀਅਰ ਗਰੁੱਪ ਦੇ ਨਾਲ ਰਹਿ ਕੇ ਸਿੱਖੂਗਾ ਪਰ ਇੱਕ ਐਕਸਪਰਟ ਦੀ ਨਿਗਰਾਨੀ ਦੇ ਵਿੱਚ ਸਿੱਖੂਗਾ ਤਾਂ ਹੀ ਬੱਚਾ ਵਧੇਰੇ ਸਿੱਖ ਸਕਦਾ ਇਹ ਸਟੇਟਮੈਂਟ ਇੱਥੇ ਕੀ ਹੈ ਸਾਡੇ ਕੋਲ ਬਿਲਕੁਲ ਸਹੀ ਹੈ ਠੀਕ ਹੈ ਕਰਿਕੂਲਮ ਵਾਲਾ ਜਿਹੜਾ ਟੌਪਿਕ ਸੀ ਉਹਦੇ 'ਚ ਵੀ ਇਹ ਚੀਜ਼ ਜਾਂ ਅਸੀਂ ਕਹੀ ਕਲਾਸਰੂਮ ਵਾਲੇ ਟੌਪਿਕ ਦੇ ਵਿੱਚ ਵੀ ਅਸੀਂ ਚੀਜ਼ ਨੂੰ ਕਾਫੀ ਕਲੀਅਰ ਕਰ ਚੁੱਕੇ ਹਾਂ ਹਨਾ ਕਿ ਬੱਚਾ ਕਿੱਥੋਂ ਵਧੇਰੇ ਸਿੱਖਦਾ ਹੈਗਾ ਜਿੱਥੇ ਕਿ ਗਰੁੱਪਸ ਛੋਟੇ ਗਰੁੱਪਸ ਬਣਾਏ ਜਾਣ ਤੇ ਟੀਚਰ ਆ ਜਿਹੜਾ ਉਹਨੂੰ ਐਕਸਪਰਟ ਟੀਚਰ ਟ੍ਰੇਨ ਕਰੇ ਵਾਈਗੋਸਕੀ ਦੀ ਥਿੰਕਿੰਗ ਵੀ ਸੇਮ ਸੀ ਹਨਾ ਕਿ ਇੱਕ ਜਿਹੜਾ ਹੈਗਾ ਟੀਚਰ ਗਾਈਡਡ ਪਾਰਟਿਸਿਪੇਸ਼ਨ ਦੇ ਰਾਹੀਂ ਹੈ ਨਾ ਜਿੱਥੇ ਇੱਕ ਐਕਸਪਰਟ ਆ ਇੱਕ ਲੈਸ ਮੈਚਿਓਰ ਹੈ ਇੱਕ ਪੂਰਾ ਮੈਚਿਓਰ ਆ ਦੋਨਾਂ ਦੇ ਵਿੱਚ ਇੰਟਰੈਕਸ਼ਨ ਹੁੰਦੀ ਆ ਗਾਈਡਡ ਪਾਰਟਿਸਿਪੇਸ਼ਨ ਇਹ ਇੱਕ ਤਰੀਕੇ ਦੀ ਗਾਈਡਡ ਪਾਰਟਿਸਿਪੇਸ਼ਨ ਆ 26 ਹੈ ਆਪਣੇ ਕੋਲ which pair is wrong ਇਹਨਾਂ ਦੇ ਵਿੱਚੋਂ ਕਿਹੜਾ ਪੇਅਰ ਗਲਤ ਆ ਪਹਿਲਾਂ ਆਪਣੇ ਕੋਲ ਹੈਗਾ ਪੈਵਲਵ ਕਲਾਸੀਕਲ ਕੰਡੀਸ਼ਨਿੰਗ ਬਿਲਕੁਲ ਠੀਕ ਆ ਪੈਵਲਵ ਨੇ ਕਲਾਸੀਕਲ ਕੰਡੀਸ਼ਨਿੰਗ ਦਿੱਤੀ ਸੀ ਬਿਲਕੁਲ ਰਾਈਟ ਕੁੱਤੇ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ ਇਹ ਵੀ ਬਿਲਕੁਲ ਰਾਈਟ ਸਕਿਨਰ ਨੇ ਥਿਊਰੀ ਕਿਹੜੀ ਦਿੱਤੀ ਸੀਗੀ ਇਨਸਟਰੂਮੈਂਟ ਕੰਡੀਸ਼ਨਿੰਗ ਥਿਊਰੀ ਆਪਰੇਟ ਕੰਡੀਸ਼ਨਿੰਗ ਥਿਊਰੀ ਤੇ ਨਾਲ ਹੀ ਇਹਦੀ ਥਿਊਰੀ ਦੇ ਵਿੱਚ ਇੱਕ ਵਰਡ ਯੂਜ਼ ਹੋਇਆ ਸੀ ਪ੍ਰੋਗਰਾਮ ਲਰਨਿੰਗ ਅਸਲ ਦੇ ਵਿੱਚ ਪ੍ਰੋਗਰਾਮ ਲਰਨਿੰਗ ਦਾ ਮੈਥਡ ਵੀ ਇਹਨੇ ਦਿੱਤਾ ਕੀ ਹੁੰਦਾ ਜਦੋਂ ਤੁਸੀਂ ਕੋਈ ਵੀ ਚੀਜ਼ ਸਿਖਾਉਣੀ ਆ 1 2 ਆ 3 ਆ ਪਹਿਲਾਂ ਤੁਸੀਂ ਇੱਕ ਚੀਜ਼ ਨੂੰ ਸਿਖਾਇਆ ਉਸ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਚੈੱਕ ਕਰਕੇ ਰੀਇਨਫੋਰਸਮੈਂਟ ਦਿੱਤੀ ਜਦੋਂ ਇਹ ਚੀਜ਼ ਆ ਗਈ ਫਿਰ ਦੂਜੀ ਚੀਜ਼ ਸਿਖਾਈ ਇਹਨੂੰ ਰੀਇਨਫੋਰਸਮੈਂਟ ਦਿੱਤੀ ਫਿਰ ਤੀਜੀ ਚੀਜ਼ ਸਿਖਾਈ ਫਿਰ ਰੀਇਨਫੋਰਸਮੈਂਟ ਦਿੱਤੀ ਮਤਲਬ ਚੀਜ਼ ਨੂੰ ਤੋੜ ਕੇ ਸਿਖਾਉਂਦੇ ਆ ਤਾਂ ਉਹ ਕੀ ਹੁੰਦਾ ਪ੍ਰੋਗਰਾਮ ਲਰਨਿੰਗ ਜਿਹੜਾ ਕਿ ਸਕਿਨਰ ਦੇ ਨਾਲ ਜੋੜਿਆ ਜਾਂਦਾ ਕੋਲਰ ਨੇ ਕੀ ਦਿੱਤਾ ਇਨਸਾਈਟ ਥਿਊਰੀ ਦਿੱਤੀ ਇਨਸਾਈਟ ਥਿਊਰੀ ਹੈਗੀ ਆ ਅੰਤਰਦ੍ਰਿਸ਼ਟੀ ਤੇ ਆਧਾਰਿਤ ਥਿਊਰੀ ਠੀਕ ਹੈ ਇਹ ਕਿਹਨਾਂ ਦਿੱਤੀ ਆ ਕੋਲਰ ਨੇ ਦਿੱਤੀ ਆ ਤੇ ਕਹਿੰਦੇ ਥੋਰਨਡਾਈਕ ਨੇ ਚੰਪੈਂਜੀ ਦੇ ਉੱਪਰ ਐਕਸਪੈਰੀਮੈਂਟ ਕੀਤਾ ਇਹ ਬਿਲਕੁਲ ਗਲਤ ਆ ਥੋਰਨਡਾਈਕ ਨੇ ਚੰਪੈਂਜੀ ਦੇ ਉੱਪਰ ਐਕਸਪੈਰੀਮੈਂਟ ਨਹੀਂ ਸੀ ਕੀਤਾ ਕਿਹਦੇ ਉੱਪਰ ਕੀਤਾ ਸੀਗਾ ਕੈਟ ਦੇ ਉੱਪਰ ਦੈਨ ਹੈਗਾ ਆਪਣੇ ਕੋਲ which method of teaching and learning not suitable for preschool ਦੇ ਲਈ ਕਿਹੜਾ ਮੈਥਡ ਠੀਕ ਨਹੀਂ ਆ ਡਿਡਕਟਿਵ ਮੈਥਡ ਕਿਉਂਕਿ ਉੱਪਰਲੇ ਸਾਰੇ ਮੈਥਡ ਮੈਂ ਬਹੁਤ ਵਾਰ ਕਰਾ ਚੁੱਕੀ ਹਾਂ ਪ੍ਰੀ ਪ੍ਰਾਇਮਰੀ ਲੈਵਲ ਉੱਪਰ ਬੱਚੇ ਨੂੰ ਕਹਾਣੀ ਸੁਣਾ ਕੇ ਸਿਖਾ ਸਕਦੇ ਹੋ ਪਲੇਵੇ ਮੈਥਡ ਦੇ ਰਾਹੀਂ ਸਿਖਾ ਸਕਦੇ ਹੋ ਟੀਚਿੰਗ ਮੈਥਡ ਵਾਈਜ਼ ਤੁਸੀਂ ਸਾਰੇ ਮੈਥਡ ਕਰ ਚੁੱਕੇ ਹੋ ਹਨਾ ਤੇ ਆਬਜ਼ਰਵੇਸ਼ਨ ਮੈਥਡ ਦੇ ਰਾਹੀਂ ਵੀ ਬੱਚੇ ਨੂੰ ਸਿਖਾ ਸਕਦੇ ਹੋ ਬਟ ਡਿਡਕਟਿਵ ਚ ਕੀ ਹੁੰਦਾ ਪਹਿਲਾਂ ਸਿਧਾਂਤ ਦੱਸੋਗੇ ਫਿਰ ਉਦਾਹਰਨਾਂ ਦੱਸੋਗੇ ਉਹ ਸਹੀ ਮੈਥਡ ਨਹੀਂ ਆ ਹਜੇ ਇੰਡਕਟਿਵ ਰਾਹੀਂ ਫਿਰ ਵੀ ਤੁਸੀਂ ਬਹੁਤ ਸ਼ੁਰੂ ਦੀ ਕਲਾਸ ਦੇ ਵਿੱਚ ਕਿਤੇ ਦੱਸ ਸਕਦੇ ਹੋ ਕਿ ਆਨਸਰ ਤੁਸੀਂ ਦਿੱਤਾ ਉਦਾਹਰਨ ਤੁਸੀਂ ਦਿੱਤੀ ਫਿਰ ਤੁਸੀਂ ਜਿਹੜਾ ਹੈਗਾ ਬੱਚੇ ਨੂੰ ਸਿਧਾਂਤ ਕੋਈ ਦੱਸੋ ਵੈਸੇ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਸਿਧਾਂਤ ਨਹੀਂ ਲੈ ਸਕਦਾ ਠੀਕ ਹੈ ਤਾਂ ਹਜੇ ਇੰਡਕਟਿਵ ਮੈਥਡ ਅਸੀਂ ਫੇਰ ਵੀ ਉਦਾਹਰਨਾਂ ਦੇ ਕਰਕੇ ਕਿਤੇ ਸ਼ਾਮਲ ਕਰ ਸਕਦੇ ਹੋ ਵੀ ਪ੍ਰੀ ਪ੍ਰਾਇਮਰੀ ਤੇ ਨਹੀਂ ਪ੍ਰਾਇਮਰੀ ਲੈਵਲ ਤੇ ਲਾਗੂ ਹੋ ਸਕਦਾ ਪਰ ਡਿਡਕਟਿਵ ਤਾਂ ਬਿਲਕੁਲ ਹੀ ਲਾਗੂ ਨਹੀਂ ਹੋ ਸਕਦਾ ਪ੍ਰਾਇਮਰੀ ਤੇ ਵੀ ਲਾਗੂ ਨਹੀਂ ਹੋ ਸਕਦਾ ਠੀਕ ਹੈ ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ when a child is learning in one situation ਜਦੋਂ ਇੱਕ ਬੱਚਾ ਇੱਕ ਖੇਤਰ ਦੇ ਵਿੱਚ ਸਿੱਖਦਾ and influences his learning and
परफॉर्मेंस इन अदर सिचुएशन ते फिर उहदी जिहड़ी लर्निंग आ वो बाकी सिचुएशन नूं प्रभावित मतलब तुसीं एक खेतर दे विच सिखो ते ओह सिखना तुहाडे बाकी खेतर दे विच सिखण नूं प्रभावित करे तां इहनूं की आख्या जांदा जी ट्रांसफर ऑफ लर्निंग। ये भी मैं काफी बार तुहानूं करा चुकी हां तुहाडी है ना लर्निंग वाले टॉपिक दे विच असीं कर चुके हां। ट्रांसफर ऑफ लर्निंग की हैगा जदों एक खेतर दे विच सिੱਖਿਆ तुहाडा दूजे खेतर नूं प्रभावित करे की हुंदी है ट्रांसफर लर्निंग। बेसिकली कॉमन वैसे बहुत टाइप्स हुंदियां पर तुहाडे लई तीन ही इंपॉर्टेंट हुंदी हो सकदियां। पहली हुंदी अपने कोल पॉजिटिव ट्रांसफर ऑफ लर्निंग जदों तुहाडा पुराना सिੱਖਣ तुहाडा नवां सिੱਖਣ ਦੇ ਵਿੱਚ सहायता प्रदान करे तो पॉजिटिव ट्रांसफर ऑफ लर्निंग आ। जदों तुहाडा पुराना सिੱਖਣ नवां सिੱਖਣ ਦੇ ਵਿੱਚ रुकावट पैदा करे तो नैगेटिव ट्रांसफर ऑफ लर्निंग आ। ਜਦੋਂ ਤੁਹਾਡਾ ਪੁਰਾਣਾ ਸਿੱਖਣ ਨਵਾਂ ਸਿੱਖਣ ਦੇ ਵਿੱਚ ਨਾ ਤਾਂ ਪੋਜ਼ਿਟਿਵ ਪ੍ਰਭਾਵ ਪਾਵੇ ਨਾ ਨੈਗੇਟਿਵ ਪ੍ਰਭਾਵ ਪਾਵੇ ਕੋਈ ਵੀ ਪ੍ਰਭਾਵ ਨਾ ਪਾਵੇ ਤਾਂ ਜ਼ੀਰੋ ਟ੍ਰਾਂਸਫਰ ਆਫ ਲਰਨਿੰਗ ਆ। ਠੀਕ ਹੈ ਨੈਕਸਟ ਕੁਐਸਚਨ ਆਪਣੇ ਕੋਲ ਵਿਚ ਆਫ ਫੋਲੋਇੰਗ ਫਰਸਟ ਸਟੈਪ ਆਫ ਇਨ ਦਾ ਪ੍ਰੋਸੈਸ ਆਫ ਕੰਡੀਸ਼ਨਿੰਗ। ਅਸੀਂ ਸਟਿਮੂਲਸ ਤੇ ਕੰਡੀਸ਼ਨਿੰਗ ਦੀਆਂ ਕਾਫੀ ਥਿਊਰੀਆਂ ਕਰ ਚੁੱਕੇ ਹਾਂ ਪੈਵਲਵ ਹਨਾ ਥੋਰਨਡਾਈਕ ਸਕਿਨਰ ਸਾਰਿਆਂ ਨੇ ਗੱਲ ਕੀਤੀ ਹੈ ਸਟਿਮੂਲਸ ਤੇ ਕੰਡੀਸ਼ਨਿੰਗ ਦੀ। ਬਟ ਸਾਰਿਆਂ ਦੇ ਵਿੱਚ ਜਿੱਥੇ ਵੀ ਕੰਡੀਸ਼ਨਿੰਗ ਆਈ ਆ ਉਸ ਤੋਂ ਪਹਿਲਾਂ ਸਭ ਤੋਂ ਕੀ ਆਇਆ ਹੈਗਾ ਸਟਿਮੂਲਸ। ਜੇ ਅਸੀਂ ਇਹ ਗੱਲ ਕਰਦੇ ਆ ਨਾ ਕਿ ਸਕਿਨਰ ਨੇ ਰੀਇਨਫੋਰਸਮੈਂਟ ਦੀ ਥਿਊਰੀ ਦਿੱਤੀ ਆ ਪਰ ਉਹਦੇ ਲਈ ਵੀ ਰੀਇਨਫੋਰਸਮੈਂਟ ਆਉਣ ਤੋਂ ਪਹਿਲਾਂ ਸਟਿਮੂਲਸ ਹੋਊਗਾ ਸਟਿਮੂਲਸ ਦੇ ਉੱਪਰ ਰਿਸਪੌਂਸ ਹੋਊਗਾ ਤੇ ਰਿਸਪੌਂਸ ਦੇ ਉੱਪਰ ਹੀ ਰੀਇਨਫੋਰਸਮੈਂਟ ਲੱਗੂਗਾ। ਪਰ ਉਹਨੇ ਰੀਇਨਫੋਰਸਮੈਂਟ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਆ। ਜੇ ਅਸੀਂ ਇਨਡਾਇਰੈਕਟਲੀ ਦੇਖੀਏ ਤਾਂ ਸਟਿਮੂਲਸ ਵੀ ਜ਼ਰੂਰੀ ਆ। ਠੀਕ ਹੈ ਤਾਂ ਇਹਨਾਂ ਸਾਰੀਆਂ ਥਿਊਰੀਆਂ ਦੇ ਵਿੱਚ ਹਮੇਸ਼ਾ ਹੀ ਜਦੋਂ ਤੁਸੀਂ ਕੰਡੀਸ਼ਨਿੰਗ ਦੇਣੀ ਆ ਤਾਂ ਸਭ ਤੋਂ ਪਹਿਲਾ ਕਦਮ ਕੀ ਹੋਊਗਾ ਸਟਿਮੂਲਸ। ਸਟਿਮੂਲਸ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਕੋਈ ਸਿਚੁਏਸ਼ਨ ਪ੍ਰੋਵਾਈਡ ਕਰਦੇ ਹੋ ਕੁਝ ਸਿੱਖਣ ਦੇ ਲਈ ਠੀਕ ਹੈ ਕਰਨ ਦੇ ਲਈ ਤਾਂ ਉਹ ਕੀ ਹੈ ਤੁਹਾਡੇ ਲਈ ਸਟਿਮੂਲੇਸ਼ਨ ਇੱਕ ਆਰਟੀਫਿਸ਼ੀਅਲ ਹਨਾ ਕ੍ਰਾਈਟੇਰੀਆ ਕਿਸੇ ਨੂੰ ਪ੍ਰਦਾਨ ਕਰਨਾ ਜਿਹਦੇ ਰਾਹੀਂ ਇੱਕ ਨੈਚੁਰਲ ਰਿਸਪੌਂਸ ਤੁਹਾਨੂੰ ਪ੍ਰੋਵਾਈਡ ਕਰ ਸਕੇ। ਦੈਨ 30 ਕੁਐਸਚਨ ਆਪਣੇ ਕੋਲ ਹੈਗਾ ਸੀਮਾ ਲਰਨ ਐਵਰੀਥਿੰਗ ਵੈਰੀ ਕੁਇਕਲੀ। ਸੀਮਾ ਬਹੁਤ ਛੇਤੀ ਕਿਸੇ ਚੀਜ਼ ਨੂੰ ਸਿੱਖਦੀ ਆ ਤੇ ਲੀਨਾ ਟੇਕ ਲੌਂਗਰ ਟੂ ਲਰਨ ਦੇਮ। ਲੀਨਾ ਬਹੁਤ ਟਾਈਮ ਲੈਂਦੀ ਆ ਕਿਸੇ ਚੀਜ਼ ਨੂੰ ਸਿੱਖਣ ਦੇ ਲਈ ਤਾਂ ਇਟ ਡਿਨੋਟਸ ਦਾ ਡਿਵੈਲਪਮੈਂਟ ਆਫ ਪ੍ਰਿੰਸੀਪਲ। ਵਿਕਾਸ ਦਾ ਕਿਹੜਾ ਪ੍ਰਿੰਸੀਪਲ ਆ ਜਿਹਦੇ ਅਕੋਰਡਿੰਗ ਸੀਮਾ ਲਰਨ ਕਰਨ ਦੇ ਵਿੱਚ ਬਹੁਤ ਟਾਈਮ ਲੈਂਦੀ ਆ ਲੀਨਾ ਕਾਫੀ ਟਾਈਮ ਲੈਂਦੀ ਆ ਤੇ ਸੀਮਾ ਬਹੁਤ ਛੇਤੀ ਲਰਨ ਕਰਦੀ ਆ। ਤੇ ਕੀ ਹੈਗਾ ਜੀ ਇੰਡੀਵਿਜੂਅਲ ਡਿਫਰੈਂਸਿਸ। ਆਪਾਂ ਕੀਤਾ ਨਾ ਕਿ ਕਦੇ ਵੀ ਦੋ ਬੰਦੇ ਜਿੰਨੇ ਵੀ ਸੰਸਾਰ ਦੇ ਵਿੱਚ ਲੋਕ ਨੇ ਇੱਕੋ ਜਿਹੇ ਨਹੀਂ ਸਭ ਦਾ ਸਿੱਖਣ ਦਾ ਤਰੀਕਾ ਅਲੱਗ-ਅਲੱਗ ਆ। ਇੰਟਰਲੇਸ਼ਨ ਹੈਗਾ ਜਦੋਂ ਤੁਹਾਡਾ ਇੱਕ ਸਿੱਖਣ ਦੇ ਵਿੱਚ ਖੇਤਰ ਦੇ ਵਿੱਚ ਸਿੱਖਣ ਦੂਜੇ ਖੇਤਰ ਦੇ ਵਿੱਚ ਸਿੱਖਣ ਨੂੰ ਪ੍ਰਭਾਵਿਤ ਕਰਦਾ। ਜਿਵੇਂ ਅਸੀਂ ਕਹੀਏ ਜਿਵੇਂ ਆਪਾਂ ਕਹੀਏ ਡਿਵੈਲਪਮੈਂਟ ਇੱਕ ਖੇਤਰ ਦੀ ਡਿਵੈਲਪਮੈਂਟ ਦੂਜੇ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਲੈਂਗੁਏਜ ਸਿੱਖੀ ਨਾਲ ਸੋਸ਼ਲ ਡਿਵੈਲਪਮੈਂਟ ਵੀ ਹੋਈ ਕੋਗਨੈਟਿਵ ਵੀ ਹੋਈ। ਕੰਟੀਨਿਊਟੀ ਕੀ ਆ ਕਿ ਵਿਕਾਸ ਕਦੇ ਵੀ ਰੁਕਦਾ ਨਹੀਂ ਜਨਮ ਤੋਂ ਪਹਿਲਾਂ ਹੀ ਮਤਲਬ ਕੰਸੈਪਸ਼ਨ ਤੋਂ ਲੈ ਕੇ ਜਦੋਂ ਬੱਚਾ ਮਦਰ ਦੇ ਪੇਟ ਦੇ ਵਿੱਚ ਹੁੰਦਾ ਉਦੋਂ ਤੋਂ ਲੈ ਕੇ ਡੈਥ ਤੱਕ ਕੰਟੀਨਿਊ ਤਾਂ ਹਮੇਸ਼ਾ ਜਿਹੜਾ ਹਰਲੌਕ ਨੇ ਇਹ ਸਟੇਟਮੈਂਟ ਦਿੱਤੀ ਸੀਗੀ ਕਿ ਵਿਕਾਸ ਜਿਹੜਾ ਹੈਗਾ ਹਮੇਸ਼ਾ ਹੀ ਜਰਨਲ ਟੂ ਸਪੈਸੀਫਿਕ ਜਾਂਦਾ। ਬੱਚਾ ਪਹਿਲਾਂ ਕੋਈ ਵੀ ਸਪੈਸੀਫਿਕ ਚੀਜ਼ਾਂ ਲਰਨ ਕਰਨ ਤੋਂ ਪਹਿਲਾਂ ਜਰਨਲ ਵੀ ਸਿੱਖੂਗਾ। ਪਰ ਇੱਥੇ ਹੀ ਇੱਕ ਪ੍ਰਿੰਸੀਪਲ ਇੰਟੀਗ੍ਰੇਸ਼ਨ ਦਾ ਵੀ ਆ ਜਾਂਦਾ ਹੁੰਦਾ। ਉਹਦੇ ਚ ਕੀ ਕਿਹਾ ਜਾਂਦਾ ਕਿ ਜਰਨਲ ਟੂ ਸਪੈਸੀਫਿਕ ਵੀ ਹੋ ਸਕਦਾ ਸਪੈਸੀਫਿਕ ਟੂ ਜਰਨਲ ਵੀ ਹੋ ਸਕਦਾ ਬਟ ਜ਼ਿਆਦਾ ਵੈਲਿਡ ਮੰਨਿਆ ਜਾਂਦਾ ਕਿਉਂਕਿ ਸ਼ੁਰੂਆਤੀ ਖਾਸ ਕਰਕੇ ਜਦੋਂ ਤੁਸੀਂ ਹੋ 0 ਤੋਂ 6 ਸਾਲ ਦਾ ਬੱਚਾ ਤਾਂ ਉਦੋਂ ਲਰਨਿੰਗ ਕਿਸ ਤਰੀਕੇ ਦੀ ਡਿਵੈਲਪਮੈਂਟ ਹੋਊਗੀ ਜਰਨਲ ਟੂ ਸਪੈਸੀਫਿਕ। 31 ਹੈ ਕੋਲਰ ਰਿਲੇਟਡ ਟੂ ਵਿਚ ਸਕੂਲ ਆਫ ਸਾਈਕੋਲੋਜੀ। ਤਾਂ ਕੋਲਰ ਦਾ ਸੰਬੰਧ ਕਿਹੜੀ ਸਾਈਕੋਲੋਜੀ ਦੇ ਕਿਹੜੇ ਸਕੂਲ ਦੇ ਨਾਲ ਹੈਗਾ ਤਾਂ ਕੋਲਰ ਹੈਗਾ ਗੈਸਟਾਲਟ ਸਕੂਲ ਦੇ ਨਾਲ। ਗੈਸਟਾਲਟ ਸਕੂਲ ਕਿਹੜਾ ਜਿਹੜਾ ਕਿ ਹੋਲ ਦੇ ਉੱਪਰ ਜ਼ੋਰ ਦਿੰਦਾ ਮਤਲਬ ਸੰਪੂਰਨ ਪੂਰੀ ਕੰਡੀਸ਼ਨ ਨੂੰ ਸਮਝੋ ਸੰਪੂਰਨ ਸਥਿਤੀ ਨੂੰ ਸਮਝੋ ਤੇ ਨਾਲ ਹੀ ਇਹਨੇ ਕਿਹਾ ਕਿ ਆਪਦੀਆਂ ਜਿਹੜੀ ਹੈਗੀ ਆ ਅੰਤਰਦ੍ਰਿਸ਼ਟੀ ਦੀ ਵਰਤੋਂ ਕਰੋ ਮਤਲਬ ਪਹਿਲਾਂ ਸੋਚ ਕੇ ਫਿਰ ਹੀ ਫੈਸਲਾ ਲਿਆ ਜਾਵੇ। ਇਹ ਗੈਸਟਾਲਟ ਸਕੂਲ ਸੀਗਾ ਤੇ ਕੋਲਰ ਦੇ ਨਾਲ ਇਸ ਸਕੂਲ ਦੇ ਵਿੱਚ ਵਰਦੀਮੀਰ ਕੋਲਰ ਹਨਾ ਵਰਦੀਮੀਰ ਕੋਲਰ ਕੋਫਕਾ ਇਹ ਸਾਰੇ ਹੀ ਇਸ ਗੈਸਟਾਲਟ ਸਕੂਲ ਦੇ ਨਾਲ ਸੰਬੰਧਿਤ ਨੇ। ਬਿਹੇਵੀਅਰਿਜ਼ਮ ਵਾਲੇ ਕਿਹਦੇ ਉੱਪਰ ਜ਼ੋਰ ਦਿੰਦੇ ਆ ਕਿ ਟ੍ਰਾਇਲ ਐਂਡ ਐਰਰ ਪਹਿਲਾਂ ਐਕਟੀਵਿਟੀ ਕਰ ਲਓ ਬਾਅਦ ਚ ਸੋਚ ਲਓ। ਠੀਕ ਹੈ ਬਿਹੇਵੀਅਰਿਜ਼ਮ ਦੇ ਵਿੱਚ ਕੌਣ ਨੇ ਸਕਿਨਰ ਆ ਥੋਰਨਡਾਈਕ ਆ ਤੇ ਪੈਵਲਵ ਆ। ਤੇ ਬਿਹੇਵੀਅਰਿਜ਼ਮ ਦੇ ਵਿੱਚ ਇੱਕ ਚੀਜ਼ ਹੋਰ ਇੰਪੋਰਟੈਂਟ ਆ ਇਹ ਕਿਹਦੇ ਬਿਹੇਵੀਅਰ ਨੂੰ ਕਾਊਂਟ ਕਰਦੇ ਨੇ ਕਿਹੜੇ ਬਿਹੇਵੀਅਰ ਨੂੰ ਜਿਹੜਾ ਬਿਹੇਵੀਅਰ ਦੇਖਿਆ ਜਾ ਸਕਦਾ ਹੈਗਾ ਮਾਪਿਆ ਜਾ ਸਕਦਾ ਤੇ ਨਾਲ ਹੀ ਕਿੱਥੋਂ ਲਿਆ ਜਾ ਸਕਦਾ ਹੈਗਾ ਇਹਨਾਂ ਦੇ ਉੱਪਰ ਕਿਹਦਾ ਪ੍ਰਭਾਵ ਬੜਾ ਇੰਪੋਰਟੈਂਟ ਆ ਵਾਤਾਵਰਨ ਦਾ। ਠੀਕ ਹੈ ਫੰਕਸ਼ਨਲਿਜ਼ਮ ਦੇ ਵਿੱਚ ਵਿਲੀਅਮ ਜੇਮਸ ਆ ਜਾਂਦੇ ਨੇ। ਵਿਲੀਅਮ ਜੇਮਸ ਵਿਲੀਅਮ ਜੇਮਸ ਤੇ ਜਿਹੜਾ ਸਟਰਕਚਰਲਿਜ਼ਮ ਆ ਇਹਦੇ ਵਿੱਚ ਕੌਣ ਆਉਂਦਾ ਹੈਗਾ ਵਿਲੀਅਮ ਵੁੰਡ। ਵਿਲੀਅਮ ਵੁੰਡ ਤੇ ਜੇ ਅਸੀਂ ਵਿਲੀਅਮ ਜੇਮਸ ਦੀ ਗੱਲ ਕਰਦੇ ਹਾਂ ਵੈਸੇ ਦੋਨੋਂ ਕੀ ਮੰਨਦੇ ਆ ਕਿ ਜਿਹੜੀ ਸਾਈਕੋਲੋਜੀ ਆ ਉਹ ਕਿਹਦੀ ਸਟੱਡੀ ਆ ਚੇਤਨਤਾ ਦੀ ਸਟੱਡੀ ਆਫ ਕੌਨਸ਼ੀਅਸਨੈਸ ਪਰ ਬ੍ਰਾਂਚ ਇਹਨਾਂ ਦੋਨਾਂ ਦੀ ਅਲੱਗ-ਅਲੱਗ ਹੋ ਜਾਂਦੀ ਆ। ਜਿਹੜਾ ਤਾਂ ਸਟਰਕਚਰਲਿਜ਼ਮ ਆ ਉਹ ਕਿਹਦੇ ਨਾਲ ਰਿਲੇਟਡ ਹੈਗਾ ਵਿਲੀਅਮ ਵੁੰਡ ਦੇ ਨਾਲ ਤੇ ਉਹ ਕੀ ਆ ਵਿਲੀਅਮ ਵੁੰਡ ਕੌਣ ਆ ਫਾਦਰ ਨੇ ਸਾਈਕੋਲੋਜੀ ਦੇ ਤੇ ਵਿਲੀਅਮ ਵੁੰਡ ਕੀ ਆਖਦੇ ਆ ਕਿ ਚੇਤਨਤਾ ਦੀ ਸਰਚਨਾ ਇੰਪੋਰਟੈਂਟ ਆ
ਤੇ ਜਿਹੜੇ ਫੰਕਸ਼ਨਲਿਜ਼ਮ ਵਾਲੇ ਨੇ ਮਤਲਬ ਵਿਲੀਅਮ ਜੇਮਸ ਨੇ ਉਹ ਕੀ ਆਖਦੇ ਨੇ ਕਿ ਚੇਤਨਤਾ ਦੀ ਸਰਚਨਾ ਇੰਪੋਰਟੈਂਟ ਨਹੀਂ ਆ, ਚੇਤਨਤਾ ਦੇ ਨਾਲ ਦਾ ਕੰਮ ਕੀ ਆ ਉਹ ਇੰਪੋਰਟੈਂਟ ਆ। ਤੇ ਇਹਨਾਂ ਨੇ ਕੰਮ ਕੀ ਦੱਸਿਆ ਚੇਤਨਤਾ ਦਾ, ਵਾਤਾਵਰਣ ਦੇ ਨਾਲ ਐਡਜਸਟ ਕਰਨਾ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਜਿਹੜਾ ਇੱਥੇ ਹੈ ਉਹ ਹੈ ਵਟ ਇਜ਼ ਰੋਂਗ ਅਬਾਊਟ ਬਿਹੇਵੀਅਰਿਸਟਿਕ ਲਰਨਿੰਗ ਥਿਊਰੀ। ਬਿਹੇਵੀਅਰਿਸਟਿਕ ਲਰਨਿੰਗ ਥਿਊਰੀਆਂ ਨੇ ਜਿਹੜੇ ਸਿੱਖਣ ਸਿਧਾਂਤ ਵਿਵਹਾਰਵਾਦੀਆਂ ਨੇ ਦਿੱਤੇ, ਉਹਨਾਂ ਦੇ ਬਾਰੇ ਚ ਕਹਿੰਦੇ ਕੀ ਗਲਤ ਆ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਕੁਐਸਚਨ ਇੱਥੇ ਹੈ ਰੋਲ ਆਫ ਇਨਵਾਇਰਨਮੈਂਟ। ਇਹਨਾਂ ਨੇ ਕੀ ਆਖਿਆ ਕਿ ਵਾਤਾਵਰਣ ਦਾ ਰੋਲ ਬੜਾ ਇੰਪੋਰਟੈਂਟ ਆ, ਬਿਲਕੁਲ ਠੀਕ ਹੈ। ਕੀ ਆਖਦੇ ਆ ਵਾਤਾਵਰਣ ਦਾ ਰੋਲ ਇੰਪੋਰਟੈਂਟ ਆ। ਵਿਜ਼ੀਬਲ ਐਂਡ ਮੇਅਰੇਬਲ ਬਿਹੇਵੀਅਰ, ਇਹ ਵੀ ਆਖਦੇ ਆ ਕਿ ਉਹੀ ਵਿਵਹਾਰ ਨੂੰ ਅਸੀਂ ਵਿਵਹਾਰ ਕੰਸੀਡਰ ਕਰਾਂਗੇ ਜਿਹਨੂੰ ਕਿ ਤੁਸੀਂ ਦੇਖ ਸਕਦੇ ਹੋ, ਮਾਪ ਸਕਦੇ ਹੋ, ਠੀਕ ਹੈ। ਜਿਹੜਾ ਦਿਖਦਾ ਹੀ ਨਹੀਂ ਉਹਨੂੰ ਤੁਸੀਂ ਕਿਵੇਂ ਐਡ ਕਰ ਸਕਦੇ ਹੋ ਵਿਵਹਾਰ ਦੇ ਵਿੱਚ, ਹਨਾ। ਤਾਂ ਜਿਹੜੀ ਚੀਜ਼ ਇੱਥੇ ਇੱਕ ਹੋਰ ਚੀਜ਼ ਧਿਆਨ ਦੇ ਵਿੱਚ ਰੱਖੋ ਕਿ ਇਹਨੇ ਸਿਰਫ ਲਿਵਿੰਗ ਚੀਜ਼ਾਂ ਦੇ ਉੱਪਰ ਜ਼ੋਰ ਦਿੱਤਾ, ਕਿਉਂਕਿ ਜਿਹੜੀਆਂ ਨਿਰਜੀਵ ਚੀਜ਼ਾਂ ਨੇ ਉਹਨਾਂ ਦਾ ਤਾਂ ਵਿਵਹਾਰ ਹੀ ਨਹੀਂ ਹੁੰਦਾ ਕੋਈ, ਹਨਾ। ਦੈਨ ਹੁੰਦਾ ਆਪਣੇ ਕੋਲ ਸਟਿਮੂਲਸ ਤੇ ਰਿਸਪੌਂਸ। ਇਹਨਾਂ ਨੇ ਜਿੰਨੀਆਂ ਵੀ ਜਿਹੜੀ ਵੀ ਥਿਊਰੀ ਆ, ਪੈਵਲਵ ਦੀ ਹੋ ਗਈ, ਕੋਲਰ ਦੀ ਨਹੀਂ ਸੌਰੀ, ਪੈਵਲਵ, ਸਕਿਨਰ ਤੇ ਥੋਰਨਡਾਈਕ, ਤਿੰਨੋਂ ਨੇ ਸਟਿਮੂਲਸ ਤੇ ਰਿਸਪੌਂਸ ਦੀ ਗੱਲ ਵੀ ਕੀਤੀ ਆ। ਬਟ ਇਹਨਾਂ ਨੇ ਹਿੰਡ ਸਾਈਟ ਦੀ ਗੱਲ ਕੀਤੀ ਆ। ਦੋ ਟਰਮ ਹੁੰਦੀ ਆ, ਇੱਕ ਹੁੰਦੀ ਆ ਹਿੰਡ ਸਾਈਟ, ਇੱਕ ਹੁੰਦੀ ਆ ਫੋਰ ਸਾਈਟ। ਜਿਹੜੀ ਹਿੰਡ ਸਾਈਟ ਆ ਨਾ, ਹਿੰਡ ਸਾਈਟ ਦਾ ਮਤਲਬ ਹੁੰਦਾ ਪਹਿਲਾਂ ਤਾਂ ਐਕਟੀਵਿਟੀ ਕਰ ਲਓ ਤੇ ਫੇਰ ਸੋਚੋ ਵੀ ਕੀ ਨਤੀਜਾ ਨਿਕਲਿਆ, ਠੀਕ ਹੈ। ਇਹ ਜਿਹੜੇ ਤਿੰਨੋਂ ਹੈਗੇ ਨਾ, ਮਤਲਬ ਆਪਾਂ ਮੰਨੀਏ ਬਿਹੇਵੀਅਰਿਸਟਿਕ ਆ, ਉਹ ਹਿੰਡ ਸਾਈਟ ਦੇ ਨਾਲ ਸੰਬੰਧਿਤ ਨੇ। ਫੋਰਸਾਈਟ ਕੀ ਹੁੰਦੀ ਹੈ, ਜਿਹਦੇ ਚ ਬਿਲੀਵ ਕਰਦਾ ਗੈਸਟਾਰਟ ਸਕੂਲ ਕਿ ਕਿਸੇ ਐਕਟੀਵਿਟੀ ਨੂੰ ਕਰਨ ਤੋਂ ਪਹਿਲਾਂ ਉਹਦੀ ਪੂਰੀ ਹੋਰ ਸਿਚੁਏਸ਼ਨ ਨੂੰ ਜੱਜ ਕਰਕੇ ਇਹ ਦੇਖੋ ਕਿ ਜੋ ਤੁਸੀਂ ਐਕਟੀਵਿਟੀ ਕਰਨੀ ਆ ਉਹ ਕਿਵੇਂ ਕਰਨੀ ਆ, ਕੀ ਸੋਚ ਸਮਝ ਕੇ ਐਕਟੀਵਿਟੀ ਕਰਨੀ ਆ, ਠੀਕ ਹੈ ਜੀ। ਇਹਨੂੰ ਧਿਆਨ ਦੇ ਵਿੱਚ ਰੱਖਿਓ। ਦੈਨ ਆਪਣੇ ਕੋਲ ਹੂ ਸੈਡ, ਅੱਛਾ ਇੱਕ ਨਾ ਹੋਰ ਕਾਫੀ ਬੱਚਿਆਂ ਦੀ ਡਾਊਟ ਹੋ ਜਾਂਦੀ ਹੈ ਤੁਹਾਨੂੰ ਨਾ ਕਈ ਵਾਰੀ ਪੇਪਰ ਵਿੱਚ, ਕਿਉਂਕਿ ਤੁਹਾਨੂੰ ਜਿੰਨੇ ਕੁਐਸਚਨ ਮਿਲ ਰਹੇ ਆ ਮਤਲਬ ਜੋ ਵੀ ਕਰਾ ਰਹੇ ਤੁਸੀਂ ਜਿੱਥੋਂ ਵੀ ਕਰ ਰਹੇ ਹੋ, ਕਾਫੀ ਕੁਐਸਚਨ ਪੁਰਾਣੀਆਂ ਬੁੱਕਸ ਦੇ ਵਿੱਚੋਂ ਚੱਕੇ ਜਾ ਰਹੇ ਆ ਟੀਚਿੰਗ ਐਗਜ਼ਾਮਸ ਦੇ ਨਾਲ ਰਿਲੇਟਡ। ਤਾਂ ਤੁਹਾਨੂੰ ਇੱਕ ਕੁਐਸਚਨ ਬੜਾ ਹੀ ਡਾਊਟੇਬਲ ਪੁੱਛਿਆ ਜਾਂਦਾ ਕਿਸੇ ਟਰਮ ਦੇ ਵਿੱਚ ਹੁੰਦਾ ਕਿ ਸਡਨ ਜਿਹੜਾ ਸੋਲਿਊਸ਼ਨ ਆ, ਸਡਨ ਸੋਲਿਊਸ਼ਨ ਉਹ ਕਿਹਦੀ ਥਿਊਰੀ ਦੇ ਨਾਲ ਸੰਬੰਧਿਤ ਆ। ਜੇ ਤਾਂ ਤੁਹਾਨੂੰ ਹੋਵੇ ਸਡਨ ਸੋਲਿਊਸ਼ਨ, ਅਚਾਨਕ ਸੋਲਿਊਸ਼ਨ ਲੱਭਿਆ ਤਾਂ ਉਹ ਇਨਸਾਈਟ ਥਿਊਰੀ ਆ ਕੋਲਰ ਵਾਲੀ। ਬਸ ਇਸ ਸ਼ਬਦ ਦੇ ਉੱਪਰ ਰੱਟਾ ਮਾਰ ਲਓ, ਹਨਾ। ਰੱਟਾ ਨਾ ਮਾਰੋ, ਤੁਸੀਂ ਵੱਡੇ ਆ ਨਾ, ਛੋਟੇ ਨਹੀਂਗੇ, ਤਾਂ ਰੱਟਾ ਨਾ ਮਾਰੋ, ਫਿਰ ਤੁਹਾਨੂੰ ਐ ਲੱਗੂਗਾ ਕਿ ਟੀਚਰ ਸੈਂਟਰ ਮੈਥਡ ਹੋ ਗਿਆ ਨਾ, ਤਾਂ ਚਾਈਲਡ ਸੈਂਟਰ ਨਹੀਂ ਕਿਹਾ ਮੈਡਮ ਨੇ। ਤਾਂ ਰੱਟਾ ਨਹੀਂ ਮਾਰਨਾ, ਸਮਝੋ ਇਸ ਚੀਜ਼ ਨੂੰ ਕਿ ਜਿਹੜੀ ਇਨਸਾਈਟ ਥਿਊਰੀ ਹੈਗੀ ਆ ਉਹ ਇਹ ਆਖਦੀ ਆ ਕਿ ਜਦੋਂ ਅਸੀਂ ਪੂਰਾ ਦਿਮਾਗ ਲਾ ਕੇ ਸੋਚ ਰਹੇ ਹੁੰਦੇ ਆ ਨਾ, ਤਾਂ ਅਚਾਨਕ ਸਾਡੇ ਦਿਮਾਗ ਦੇ ਵਿੱਚ ਸੋਲਿਊਸ਼ਨ ਆਉਂਦਾ। ਜੇ ਤੁਹਾਡੇ ਕੋਲ ਟਰਮ ਹੋਵੇ ਸਡਨ ਸੋਲਿਊਸ਼ਨ, ਤਾਂ ਉੱਥੇ ਤੁਹਾਡਾ ਆਨਸਰ ਕੀ ਹੈਗਾ, ਇਨਸਾਈਟ ਥਿਊਰੀ, ਠੀਕ ਹੈ, ਜਿਹੜੀ ਕਿ ਕੋਲਰ ਨੇ ਦਿੱਤੀ। ਜੇ ਤੁਹਾਡੇ ਕੋਲ ਆਵੇ ਚਾਂਸ ਸਕਸੈਸ, ਚਾਂਸ ਦਾ ਮਤਲਬ ਕੀ ਹੈ, ਤੁਸੀਂ ਐਕਟੀਵਿਟੀਜ਼ ਕਰ ਰਹੇ ਹੋ ਤੇ ਸਡਨਲੀ ਤੁਹਾਨੂੰ ਸਫਲਤਾ ਮਿਲ ਗਈ, ਜਿਵੇਂ ਕਿ ਬਿੱਲੀ ਦੇ ਨਾਲ ਹੋਇਆ ਟ੍ਰਾਇਲ ਐਂਡ ਐਰਰ ਥਿਊਰੀ ਚ। ਤਾਂ ਚਾਂਸ ਸਕਸੈਸ ਵਰਡ ਮਿਲੇ ਤਾਂ ਉਹ ਕਿਹਦੇ ਨਾਲ ਰਿਲੇਟਡ ਹੈਗਾ, ਟ੍ਰਾਇਲ ਐਂਡ ਐਰਰ ਥਿਊਰੀ ਦੇ ਨਾਲ। ਤੇ ਜਿਹੜਾ ਸਡਨ ਸੋਲਿਊਸ਼ਨ ਉਹ ਕਿਹਦੇ ਨਾਲ ਰਿਲੇਟਡ ਹੈਗਾ ਜੀ, ਕੋਲਰ ਦੀ ਥਿਊਰੀ ਦੇ ਨਾਲ, ਠੀਕ ਹੈ। ਦੈਨ ਆਪਣੇ ਕੋਲ ਹੈ ਵਿਚ ਆਫ ਫੋਲੋਇੰਗ ਇਜ਼ ਦਾ ਡੋਮੇਨ ਆਫ ਲਰਨਿੰਗ। ਅਸਲ ਦੇ ਵਿੱਚ ਜਿਹੜੇ ਡੋਮੇਨ ਇਹਨਾਂ ਨੇ ਦੱਸੇ ਹੋਏ ਨੇ ਨਾ, ਇਹ ਡੋਮੇਨ ਬਲੂਮ ਦੀ ਟੈਕਸੋਨੋਮੀ ਦੇ ਨਾਲ ਰਿਲੇਟਡ ਆ। ਬਲੂਮ ਦੀ ਟੈਕਸੋਨੋਮੀ ਦੇ ਵਿੱਚ ਤਿੰਨ ਚੀਜ਼ਾਂ ਐਡ ਨੇ, ਇੱਕ ਹੈਗਾ ਕੋਗਨੈਟਿਵ ਹੈਡ, ਠੀਕ ਹੈ, ਅਫੈਕਟਿਵ ਹਰਟ ਐਂਡ ਸਾਈਕੋਮੋਟਰ ਮਤਲਬ ਕਿ ਹੈਂਡ, ਠੀਕ ਹੈ, ਮਤਲਬ ਹੱਥਾਂ ਦੇ ਨਾਲ ਕੰਮ ਕਰਨਾ, ਦਿਮਾਗ ਦੇ ਨਾਲ ਤੁਸੀਂ ਜੋ ਐਕਟੀਵਿਟੀਜ਼ ਕਰਦੇ ਹੋ ਤੇ ਤੁਹਾਡੇ ਇਮੋਸ਼ਨਸ, ਇਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਜਿਹੜਾ ਹੈਗਾ ਆਬਜੈਕਟਿਵਸ ਹੁੰਦੇ ਨੇ ਅਕੋਰਡਿੰਗ ਟੂ ਬਲੂਮ ਟੈਕਸੋਨੋਮੀ। ਮਤਲਬ ਇਹ ਤਿੰਨ ਚੀਜ਼ਾਂ ਹੀ ਲਰਨਿੰਗ ਦੇ ਮੇਨ ਉਦੇਸ਼ ਨੇ, ਸਿੱਖਣ ਦੇ ਤਿੰਨ ਪਹਿਲੂ ਨੇ। ਤਾਂ ਇੱਥੇ ਸਾਡੇ ਕੋਲ ਇੱਕ ਪਿਆ ਹੋਇਆ ਉਹਨਾਂ ਦੇ ਵਿੱਚੋਂ ਅਫੈਕਟਿਵ, ਦੋ ਕਿਹੜੇ ਨੇ, ਕੋਗਨੈਟਿਵ ਤੇ ਸਾਈਕੋਮੋਟਰ। ਅਫੈਕਟਿਵ ਕਿਹੜਾ ਹੁੰਦਾ, ਭਾਵਾਤਮਕ, ਸੰਵੇਗਾਤਮਕ, ਇਮੋਸ਼ਨਸ, ਹਾਰਟ, ਦਿਲ, ਠੀਕ ਹੈ। ਦੈਨ ਹੈਗਾ 35 ਦੇ ਵਿੱਚ ਕੀ ਆ, ਗੁੱਡ ਟੀਚਿੰਗ ਮੈਥਡ ਫॉर ਆ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਇੱਕ ਚੰਗਾ ਮੈਥਡ ਕੀ ਆ, ਮੰਟੈਂਸਰੀ, ਬਿਲਕੁਲ ਸਹੀ ਬਣਿਆ ਹੀ ਪ੍ਰੀ ਪ੍ਰਾਇਮਰੀ ਸਕੂਲ ਦੇ ਲਈ ਆ। ਪਲੇਵੇ ਮੈਥਡ ਬਿਲਕੁਲ ਸਹੀ, ਇਹ ਵੀ ਬਣਿਆ ਹੀ ਪ੍ਰੀ ਪ੍ਰਾਇਮਰੀ ਦੇ ਲਈ ਆ। ਤੇ ਕਿੰਡਰਗਾਰਟਨ ਵੀ ਬਿਲਕੁਲ ਸਹੀ, ਠੀਕ ਹੈ। ਮੰਟੈਂਸਰੀ ਮੈਥਡ ਗਿਵਨ ਬਾय ਮੰਟੈਂਸਰੀ, ਕਿੰਡਰਗਾਰਟਨ ਗਿਵਨ ਬਾय ਫਰੋਬਲ ਐਂਡ ਪਲੇਵੇ ਮੈਥਡ ਬਾय ਕੈਡਵਲ ਕੁਕ, ਠੀਕ ਹੈ। ਤਾਂ ਸਾਡੇ ਕੋਲ ਇੱਥੇ ਆਨਸਰ ਕੀ ਹੈ, ਡੀ। ਕਲੀਅਰ ਜੀ, ਇਹ ਸੀ ਸਾਡੀ ਅੱਜ ਦੀ ਕਲਾਸ। ਹੋਪ ਸਾਡੀਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਹੋਣਗੀਆਂ। ਜਿੰਨੇ ਦਿਨੇ ਡੈਡੀਕੇਸ਼ਨ ਦੇ ਨਾਲ ਜਿੰਨੇ MCQs ਅਟੈਂਪਟ ਕਰ ਸਕਦੇ ਹੋ, ਪਰ ਅਗੇਨ ਪਹਿਲਾਂ ਆਪਦੀ ਥਿਊਰੀ ਨੂੰ ਕਲੀਅਰ ਕਰੋ ਬੇਟਾ, ਕੰਟੈਂਟ ਨੂੰ ਕਲੀਅਰ ਕਰੋ। ਜਿੰਨਾ ਤੁਹਾਡਾ ਕੰਟੈਂਟ ਕਲੀਅਰ ਹੋਊਗਾ, ਤੁਹਾਨੂੰ ਉਹਦੀ ਸਮਝ ਹੋਊਗੀ, ਕੁਐਸਚਨ ਤੁਹਾਨੂੰ ਕਿਤੋਂ ਵੀ ਆਵੇ ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਹੋ। ਮੋਟੀਵੇਟਡ ਰਹੋ, ਅੱਛਾ ਕਰੋ। ਥੈਂਕ ਯੂ ਸੋ ਮਚ।